ਅੱਜ ਆਪਾਂ ਇਹ 1369 ਅੰਕ ਤੋਂ ਉੱਥੇ ਹੀ ਹੈਗੇ ਆ। 1369 102 ਜਿਹੜਾ ਹੈਗਾ 101 ਕੱਲ੍ਹ ਲੈ ਲਏ ਸੀਗੇ ਅਤੇ 102ਵਾਂ ਸ਼ਲੋਕ ਕਬੀਰ ਜੀ ਦਾ ਲੈਣਾ ਹੈ ਆਪਾਂ ਨੇ। ਕਬੀਰ ਜੀ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਸ਼ਲੋਕ ਹੈਗੇ ਬਹੁਤ ਕੀਮਤੀ ਹੈ। ਸ਼ਲੋਕ ਜਿਹੜਾ ਹੁੰਦਾ ਹੈ ਇਹ ਗੁਰਬਾਣੀ ਦੇ ਵਿੱਚ ਜਿਹੜੇ ਹੈਗੇ ਸ਼ਲੋਕ ਹੁੰਦੇ ਆ, ਸ਼ਬਦ ਹੁੰਦੇ ਆ, ਜਿਹੜੇ ਛੰਤ ਹੁੰਦੇ ਆ ਅਤੇ ਪੌੜੀਆਂ ਹੁੰਦੀਆਂ ਆ। ਇਸ ਤਰ੍ਹਾਂ ਜਿਹੜੇ 16 ਪਦੇ ਦੇ ਹੁੰਦੇ ਆ, ਅਸ਼ਟਪਦੀਆਂ 8 ਪਦੇ ਦੀਆਂ ਹੁੰਦੀਆਂ, ਚੌਪਦੇ 4 ਪਦੇ ਦੇ ਹੁੰਦੇ ਆ ਅਤੇ ਦੁਪਦੇ 2 ਪਦੇ ਦੇ ਹੁੰਦੇ ਆ ਸ਼ਬਦ। ਇਸ ਤਰ੍ਹਾਂ ਜਿਹੜੇ ਹੈਗੇ ਆ ਸ਼ਬਦ ਦੇ ਵਿੱਚ ਰਹਾਉ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ। 16 ਆਪਣੇ ਜਿਹੜੇ ਹੈਗੇ ਇਹ ਸ਼ਲੋਕ ਜਿਹੜੇ ਹੁੰਦੇ ਆ ਉਹਦੇ ਵਿੱਚ ਜਿਹੜਾ ਹੈਗਾ ਭਾਵਾਰਥ ਜਿਹੜਾ ਹੈਗਾ ਸ਼ਲੋਕ ਕੰਪਲੀਟ ਗਿਆਨ ਹੁੰਦਾ ਹੈ। ਉਹਦੇ ਵਿੱਚ ਭਾਵਾਰਥ ਲੇਥੂ ਪੇਥੂ ਹੁੰਦਾ, ਉਹਦੇ ਵਿੱਚੋਂ ਭਾਵ ਕੱਢਣਾ ਪੈਂਦਾ ਹੈ। ਔਰ ਪੂਰੀ ਗੁਰਬਾਣੀ ਜਿਹੜੀ ਹੈਗੀ ਇਹ ਕੋਈ ਗ੍ਰਾਮਰ ਦੇ ਅਰਥ ਨਹੀਂ ਹੁੰਦੇ ਇਹਦੇ ਗੁਰਬਾਣੀ ਦੇ। ਗੁਰਬਾਣੀ ਜਿਹੜੀ ਹੈਗੀ ਚੌਥੇ ਪਦ ਦੀ ਬਾਣੀ ਆ। ਇਹਦੇ ਵਿੱਚੋਂ ਜਿਹੜਾ ਹੈਗਾ ਇਹ ਮਾਲਕ ਦੇ ਮਿਲਾਪ ਦਾ ਜਿਹੜਾ ਹੈਗਾ ਸੇਧ ਜਿਹੜੀ ਦਿੱਤੀ ਹੋਈ ਆਪਾਂ ਨੂੰ, ਉਹ ਆਪਾਂ ਨੇ ਇਹਦੇ ਵਿੱਚੋਂ ਬੁੱਝਣੀ ਹੁੰਦੀ ਆ। ਇਹ ਬਾਣੀ ਨੂੰ ਬੁੱਝਣਾ ਹੈਗਾ, ਇਹਦੇ ਪਾਠ ਨਹੀਂ ਕਰਨੇ। ਇਹਨੂੰ ਜਿਹੜਾ ਹੈਗਾ ਇਹ ਬਾਣੀ ਕਹਿ ਕੀ ਰਹੀ ਹੈ ਮੈਨੂੰ, ਮੈਂ ਮਾਲਕ ਦੇ ਨੇੜੇ ਹੋਣ ਵਾਸਤੇ ਮੈਨੂੰ ਕੀ ਸੇਧ ਦੇ ਰਹੀ ਹੈ ਬਾਣੀ, ਉਹ ਸੇਧ ਆਪਾਂ ਨੇ ਲੈਣੀ ਆ। ਔਰ ਇਹ ਸੇਧ ਲੈਣ ਤੋਂ ਅੱਗੇ ਫਿਰ ਆਪਾਂ ਨੇ ਉਸ ਪਾਸੇ ਨੂੰ ਤੁਰਨਾ ਹੈਗਾ। ਔਰ ਤੁਰਨ ਵਾਸਤੇ ਜਿਹੜਾ ਹੈਗਾ ਆਪਣੇ ਕਰਮ ਵੀ ਚੰਗੇ ਕਰਨੇ ਆ, ਤਾਂ ਆਪਾਂ ਜਿਹੜੇ ਹੈਗੇ ਇਹ ਆਪਣੀ ਮੰਜ਼ਿਲ ਤੱਕ ਜਿਹੜੇ ਹੈਗੇ ਪਹੁੰਚ ਪਾਵਾਂਗੇ। ਆਹੀ ਜਿਹੜਾ ਹੈਗਾ ਉਪਰਾਲਾ ਹੈਗਾ, ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ। ਅਸੀਂ ਆਪ ਯਾਤਰੂ ਹੈਗੇ ਹਾਂ, ਯਾਤਰਾ 'ਤੇ ਹੈਗੇ ਹਾਂ। 100,000 ਗਲਤੀਆਂ ਹੈਗੀਆਂ, ਮਾਲਕ ਮਿਹਰ ਕਰੇ ਸੰਗਤ ਦੀ ਜਿਹੜੀ ਹੈਗੀ ਛੂਹ ਪ੍ਰਾਪਤ ਹੁੰਦੀ ਰਹੇ ਔਰ ਅਸੀਂ ਵੀ ਜਿਹੜੇ ਹੈਗੇ ਇਹ ਇਸ ਰਸਤੇ ਦੇ ਉੱਤੇ ਜਿਹੜੇ ਹੈਗੇ ਤੁਰਦੇ ਰਹੀਏ। ਇਹੀ ਜਿਹੜੀ ਬੇਨਤੀ ਹੈਗੀ। ਕਬੀਰ ਰਾਮ ਨਾ ਛੋੜੀਏ, ਤਨ ਧਨ ਜਾਏ ਤੋ ਜਾਓ। ਕਹਿੰਦੇ ਆ ਰਸਤਾ ਐਸਾ ਹੈਗਾ, ਕਬੀਰ ਜੀ ਕਹਿੰਦੇ ਆ ਇਹਨੂੰ ਰਸਤੇ ਨੂੰ, ਬੰਦਗੀ ਨੂੰ, ਧਿਆਨ ਸਿਮਰਨ ਨੂੰ, ਸਾਧ ਸੰਗਤ ਨੂੰ ਕਦੀ ਵੀ ਨਹੀਂ ਛੱਡਣਾ ਚਾਹੀਦਾ। ਭਾਵੇਂ ਤਨ ਚਲੇ ਜਾਏ, ਸਰੀਰ ਚਲੇ ਜਾਏ ਅਤੇ ਧਨ ਵੀ ਚਲੇ ਜਾਏ ਅਤੇ ਜਾਏ ਕੋਈ ਪਰਵਾਹ ਨਹੀਂ ਹੈ। ਤਾਂ ਵੀ ਸੌਦਾ ਜਿਹੜਾ ਹੈਗਾ ਬਹੁਤ ਸਸਤਾ ਹੈਗਾ। ਜੇ ਭਗਤੀ ਜਿਹੜੀ ਹੈਗੀ, ਸਾਧ ਸੰਗਤ ਜਿਹੜੀ ਹੈਗੀ ਨਹੀਂ ਛੁੱਟੇ ਤੇ ਇਹ ਸੌਦਾ ਬਹੁਤ ਸਸਤਾ ਹੈਗਾ। ਚਰਨ ਕਮਲ ਚਿੱਤ ਬੇਦਿਆ, ਰਾਮੇ ਨਾਮੇ ਸਮਾਉ। ਕਹਿੰਦੇ ਮੇਰੇ ਤਾਂ ਚਰਨ ਕਮਲ, ਧਿਆਨ ਸਿਮਰਨ, ਇਹ ਚਰਨ ਕਮਲ ਆ ਪਰਮੇਸ਼ਰ ਦੇ, ਇਹਦੇ ਵਿੱਚ ਚਿੱਤ ਮੇਰਾ ਬਿੰਨਿਆ ਹੋਇਆ ਆ ਅਤੇ ਮੈਂ ਰਾਮ ਦੇ ਨਾਮ ਦੇ ਵਿੱਚ ਹੀ ਸਮਾ ਜਾਊਂਗਾ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਆਪਾਂ ਵਿਚਾਰ ਕਰੀਏ। ਇੱਕ ਤੇ ਤੁਹਾਡੇ ਗੜੀ ਬੇਨਤੀ ਹੈ ਕਿ ਜਿਹੜਾ YouTube ਆਪਣਾ ਚੈਨਲ ਹੈ ਨਾ, ਵਧੀਆ ਚੈਨਲ ਬਣ ਗਿਆ, ਤੇ ਉਹ ਉੱਥੇ ਤੁਸੀਂ ਜਦੋਂ ਕਲਿੱਕ ਕਰਦੇ ਜੋ ਨਾ ਕਿਸੇ, ਜੇ ਤੇ ਤੁਹਾਨੂੰ ਪਤਾ ਫਿਰ ਠੀਕ ਹੈ, ਜੇ ਨਹੀਂ ਪਤਾ ਤੇ ਕਿਸੇ ਬੱਚੇ ਨੂੰ ਕਹੋ ਕਿ ਜਿਹੜਾ ਚੈਨਲ ਹੈ ਨਾ ਮੈਨੂੰ ਸਬਸਕ੍ਰਾਈਬ ਕਰ ਦਿਓ, ਠੀਕ ਹੈ। ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ YouTube ਦੇ ਵਿੱਚ ਉਹ ਚੈਨਲ ਸੇਵ ਹੋ ਜਾਊ, ਤੇ ਜਦੋਂ ਵੀ ਉੱਥੇ ਕੋਈ ਨਿੱਜਰ ਸਾਹਿਬ ਵੀਡੀਓ ਲੋਡ ਕਰਦੇ ਆ ਉਹ ਤੁਹਾਨੂੰ ਜਿਹੜਾ ਨੋਟਿਸ ਆਇਆ ਕਰੂਗਾ ਕਿ ਬਈ ਇਹ ਵੀਡੀਓ ਨਵੀਂ ਚੜ੍ਹ ਗਈ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਹ ਥੋੜੀ ਮੇਰੀ ਰਿਕੁਐਸਟ ਹੈ, ਇਹ ਮੰਨ ਲਿਓ ਕਿ ਜੇ ਕੋਈ ਘਰ ਦਾ 1-2 ਮੋਬਾਈਲ ਹੈਗਾ, 2-4 ਤੋਂ ਵੱਧ ਪਾ ਦਿਓ। ਉਹਦੇ ਨਾਲ ਕੀ ਹੁੰਦਾ ਕਿ ਉਹਦਾ ਇੱਕ ਕਾਰਨ ਹੈ। ਉਹਦਾ ਕਾਰਨ ਇਹ ਹੁੰਦਾ ਕਿ ਇਹ ਗਿਆਨ ਬੜਾ ਜ਼ਬਰਦਸਤ ਗਿਆਨ ਆ ਤੇ ਇਹ ਕੋਈ ਆਮ ਕਥਾ ਨਹੀਂ ਚੱਲ ਰਹੀ, ਬੜੀ ਵੱਡੀ ਕਥਾ ਚੱਲ ਰਹੀ ਹੈ। ਇਹ ਤੇ ਕੋਈ ਰਹਿ ਨਾ ਜਾਵੇ। ਇੱਥੇ ਕੋਈ ਇਹ ਨਾ ਸੋਚੋ ਕਿ ਮੇਰੇ ਮਨ 'ਚ ਕੋਈ ਲਾਲਚ ਹੈ, ਕਮਾਈ ਦਾ ਕੋਈ ਏਡੀ ਕੋਈ ਗਿਲ ਨਹੀਂ ਹੈ। ਮੈਂ ਆਪਣਾ ਮੇਰਾ ਦਾਲ ਭੁੱਖਾ ਚੱਲਦਾ, ਪਰ ਮੈਂ ਚਾਹੁੰਦਾ ਕਿ ਜਦੋਂ ਇੰਨੀ ਉੱਚ ਕੋਟੀ ਦਾ ਗਿਆਨ ਚੱਲ ਰਿਹਾ ਕਿ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਜਾਵੇ, ਕਿਉਂਕਿ ਇਹ ਬ੍ਰਹਮ ਦੀ ਕਥਾ ਚੱਲ ਰਹੀ ਹੈ, ਇਹ ਪਰਮਾਤਮਾ ਦੀ ਕਥਾ ਹੈ। ਔਰ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੰਨੀ ਸ਼ੁੱਧ ਕੋਸ਼ਿਸ਼ ਤੇ ਹੋਈ ਹੈ ਕਿ ਜਿਸ ਕਿਸਮ ਦੀ ਸ਼ੁੱਧ ਗਿਆਨ ਗੁਰੂਆਂ ਨੇ ਕਿਹਾ ਹੈ
ਆਪਣੀ ਸਮਝਣ ਦੀ ਕੋਸ਼ਿਸ਼ ਕਰੋ। ਉਹਨਾਂ ਦਾ ਮਕਸਦ ਕੀ ਸੀ, ਉਹ ਏਦਾਂ ਕਿਉਂ ਕਹਿਣਾ ਚਾਹੁੰਦੇ ਨੇ, ਉਹ ਕਿਉਂ ਕੀ ਸਮਝਾਉਣਾ ਚਾਹੁੰਦੇ ਨੇ, ਯਥਾਰਕ ਅੱਜ ਦੇ ਸਮੇਂ ਦੇ ਨਾਲ ਉਹਦਾ ਕੀ ਮਤਲਬ ਬਣਦਾ ਹੈ, ਉਸ ਚੀਜ਼ ਨੂੰ ਆਪਾਂ ਕੋਸ਼ਿਸ਼ ਕਰਦੇ ਹਾਂ, ਉਸ ਚੀਜ਼ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਹਰ ਇੱਕ ਦਾ ਆਪਾਂ ਇੱਕ ਕੋਹਲੂ ਹਾਂ, ਤੇ ਕੋਹਲੂ ਦਾ ਮਤਲਬ ਇਹੋ ਹੀ ਹੈ ਕਿ ਉਹ ਕੋਹਲੂ ਦੀ ਇੱਕ ਸਮਰੱਥਾ ਹੁੰਦੀ ਹੈ, ਤੇ ਉਹ ਆਪਣੇ ਹਿਸਾਬ ਨਾਲ ਉਹ ਨਾ ਕਿ ਬਦਾਮ ਰੋਗਨ ਕੱਢ ਸਕਦਾ ਜਿੰਨੀ ਉਹ 'ਚ ਸਮਰੱਥਾ ਹੈ। ਠੀਕ ਹੈ, ਕਈਆਂ 'ਚ ਘੱਟ ਤੇ ਕਈਆਂ 'ਚ ਵੱਧ। ਤੋਂ ਕਹਿਣ ਤੋਂ ਭਾਵ ਕਿ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਮੈਕਸੀਮਮ ਉਹਦੇ ਵਿੱਚੋਂ ਅਸਲ ਅਰਕ ਕੱਢ ਲਿਆ ਜਾਵੇ, ਕਿਉਂਕਿ ਉਹ ਹੈ ਤੇ ਚਲੋ ਜਦੋਂ ਬ੍ਰਹਮ ਦੀ ਹੁਣ ਆਤਮਾ ਕਹਿ ਦੇਣੀ ਹੈ ਤੇ ਆਤਮਾ ਨੂੰ ਸਮਝਾਉਣਾ, ਉਹਨੂੰ ਡਿਸਕ੍ਰਾਈਬ ਕਰਨਾ ਕਾਫੀ ਔਖਾ ਹੈ, ਪਰ ਅਸੀਂ ਜਿੰਨਾ ਸਾਡੇ ਕਿਉਂਕਿ ਲਫ਼ਜ਼ਾਂ ਦੇ ਵਿੱਚ ਉਹ ਚੀਜ਼ ਨੂੰ ਫੜਿਆ ਨਹੀਂ ਜਾ ਸਕਦਾ। ਇਹ ਇੱਕ ਬੜੀ ਕਲੀਅਰ ਗੱਲ ਤੁਹਾਨੂੰ ਕਹਿਣੀ ਮੈਂ ਇੱਥੇ ਚਾਹੁੰਦਾ, ਭਾਸ਼ਾ ਦੇ ਵਿੱਚ ਕਿਤੇ ਵੀ ਇੰਨੀ ਪਾਵਰ ਨਹੀਂ ਹੈ, ਕੋਈ ਦੁਨੀਆ ਦੀ ਭਾਸ਼ਾ ਨਾ ਕਿਸੇ ਇਨਸਾਨ ਦੇ ਵਿੱਚ ਇੰਨੀ ਪਾਵਰ ਆ ਉਹ ਬ੍ਰਹਮ ਦੇ ਬਾਰੇ ਕਹਿ ਸਕਦੇ। ਇਹ ਬਾਣੀ 'ਚ ਕਿਹਾ ਉਹਨਾਂ ਨੇ, ਪਰ ਇਹਦੇ ਬਾਵਜੂਦ ਵੀ ਬ੍ਰਹਮ ਗਿਆਨੀਆਂ ਨੇ ਬਹੁਤ ਬੋਲਿਆ। ਨਿਜਾ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਆ। ਉਹ ਬ੍ਰਹਮ ਨੂੰ ਪਰਮਾਤਮਾ ਦੇ ਗਿਆਨ ਨੂੰ ਆਪਾਂ ਅੱਖਰਾਂ 'ਚ ਨਹੀਂ ਲਿਆ ਸਕਦੇ, ਪੋਸੀਬਲ ਨਹੀਂ ਹੈਗਾ, ਇਟ ਇਜ਼ ਨਾਟ ਪੋਸੀਬਲ। ਪਰ ਫਿਰ ਵੀ ਸੰਤ ਸਾਰੇ ਬੋਲ ਕੇ ਗਏ ਨੇ, ਕਿੰਨਾ ਬੋਲ ਕੇ ਗਏ ਨੇ, ਕਹਿੰਦੇ ਹੈਗੇ ਆ ਕਿ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਉਹ ਬਹੁਤ ਸਲਿਪਰੀ ਆ। ਪਰ ਉਹ ਏਦਾਂ ਹੀ ਇੱਕ ਵਿਧੀ ਹੈਗੀ ਹੈ, ਹੋਰ ਕੋਈ ਤਰੀਕਾ ਨਹੀਂ। ਕਿਉਂਕਿ ਤੁਸੀਂ ਇੱਕੋ ਹੀ ਭਾਸ਼ਾ ਸਮਝਦੇ ਜੋ ਅੱਖਰਾਂ ਦੀ, ਤੁਸੀਂ ਜੇ ਖਾਣਾ ਵੀ ਖਾਂਦੇ ਜਾਂਦੇ ਜੋ ਨਾ, ਜਾਂ ਪਾਣੀ ਮੰਗਦੇ ਜੋ, ਵੇਖੋ ਪਹਿਲਾਂ ਤੁਹਾਡੇ ਅੱਖਰ ਹੁੰਦਾ ਹੈ, ਤੇ ਉਹ ਜਿਹੜਾ ਅੱਖਰ ਹੈ ਤੁਸੀਂ ਜ਼ੁਬਾਨ ਦੇ ਰਾਹੀਂ ਆਪਣੇ ਫੈਮਿਲੀ ਮੈਂਬਰ ਨੂੰ ਜਾਂ ਕਿਸੇ ਨੂੰ ਵੀ ਤੁਸੀਂ ਪ੍ਰਗਟ ਕਰਦੇ ਜੋ। ਮੈਨੂੰ ਭੁੱਖ ਲੱਗੀ ਹੈ ਵੀ ਰੋਟੀ ਲਿਆਓ, ਅੱਖਰ ਨੇ, ਤੁਸੀਂ ਅੱਖਰਾਂ ਨੂੰ ਜ਼ੁਬਾਨ ਦੇ ਰਾਹੀਂ ਪ੍ਰਗਟ ਕਰ ਦਿੰਦੇ। ਸੋ ਇੱਥੇ ਆਪਾਂ ਇਹ ਕਹੀਏ ਕਿ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ। ਉਹ ਜਿਹੜਾ ਚੈਨਲ ਆ, ਫਿਰ ਜਦੋਂ ਚੈਨਲ ਆਪਣਾ ਥੋੜਾ ਜਿਹਾ ਪ੍ਰਮੋਟ ਹੋ ਜਾਊਗਾ, ਅਜੇ ਆਪਣੇ ਕੋਲ 600 ਕੁਛ ਬੰਦੇ ਨੇ, 625 ਬੰਦੇ, ਠੀਕ ਹੈ। ਇੱਕ ਸੇਵਾ ਵਾ, ਤੁਸੀਂ ਇਹ ਸੇਵਾ ਕਰਨੀ ਆ, ਮੇਰੇ ਵੱਲੋਂ ਕਹਿ ਲਓ ਜਾਂ ਨਿਜਰ ਸਾਹਿਬ ਵੱਲੋਂ ਕਹਿ ਲਓ, ਇਹ ਚੈਨਲ ਜਿਹੜੇ ਹੈਗੇ ਤੁਸੀਂ ਸਬਸਕ੍ਰਾਈਬ ਕਰਨੇ ਆ। ਹੋਰ ਵੀ ਘਰ 'ਚ 1-2 ਮੋਬਾਈਲ ਹੈਗੇ ਆ, ਤੇ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਪਾ ਦੇਣੇ। ਇਹ ਸਮਝ ਲਓ ਤੁਹਾਡੀ ਸੇਵਾ ਜੀ, ਮੈਂ ਇਹ ਕਹਿ ਸਕਦਾ ਜੀ, ਕਾਈਂਡ ਆਫ ਸੇਵਾ, ਠੀਕ ਹੈ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦਾਨ ਹੈ, ਉਹ ਕਿਤੇ ਪੈਸੇ ਦਾ ਦਾਨ ਨਹੀਂ, ਉਹ ਦਾਨ ਹੈ ਨਾਮ ਦਾ ਦਾਨ, ਪਰਮਾਤਮਾ ਦੇ ਚਰਨਾਂ 'ਚ ਲਾਉਣਾ, ਠੀਕ ਹੈ। ਬਿਲਕੁਲ ਪਰਮਾਤਮਾ ਦੇ ਕਿਸੇ ਦੀ ਬੰਜਰ ਜ਼ਿੰਦਗੀ, ਵੇਖੋ ਇਹ ਬੰਜਰ ਜ਼ਿੰਦਗੀ ਹੈ, ਔਰ ਇਹ ਗਿਆਨ ਜਦੋਂ ਤੁਹਾਡੇ ਜੀਵਨ 'ਚ ਆਵੇਗਾ ਨਾ, ਤਾਂ ਉਹਦੇ ਫੁੱਲ ਉੱਗਣੇ ਨੇ ਤੁਹਾਡੇ ਜੀਵਨ 'ਚ। ਔਰ ਉਹ ਬੜੀ ਖੁਸ਼ਬੂ ਹੈ, ਉਹ ਆਂਢ ਗੁਆਂਢ ਵਾਸਤੇ ਨਹੀਂ ਹੈ, ਉਹ ਕੇਵਲ ਤੁਹਾਡੇ ਵਾਸਤੇ ਹੈ। ਉਹ ਤੁਸੀਂ ਅਨੁਭਵ ਕਰੋਗੇ। ਜੇ ਤੁਹਾਡੇ ਲਾਗੇ ਕੋਈ ਭੈਣ ਭਰਾ ਹੈਗਾ ਵਾ, ਉਹ ਵੀ ਉਹਦਾ ਆਨੰਦ ਮਾਣਦਾ। ਬਹੁਤ ਜ਼ਬਰਦਸਤ ਗਿਆਨ। ਸੋ ਇਹ ਕੋਸ਼ਿਸ਼ ਕਰਨੀ ਹੈ, ਸਬਸਕ੍ਰਾਈਬ ਕਰ ਦਿਓ। ਜੇ ਘਰ 'ਚ 2-4 ਮੋਬਾਈਲ ਹੈਗੇ ਤਾਂ 2-4 ਤੇ ਹੀ ਜਾ ਕੇ YouTube ਨੂੰ ਕਲਿੱਕ ਕਰ ਦਿਓ। ਜਦੋਂ 1000 ਹੋ ਗਿਆ, ਉਸ ਤੋਂ ਬਾਅਦ YouTube ਨੇ ਕੀ ਕਰਨਾ ਹੈ, ਆਟੋਮੈਟਿਕਲੀ ਹੀ ਆਪਣਾ ਜਿਹੜਾ ਚੈਨਲ ਹੈਗਾ, ਮੇਰਾ ਤੇ ਹੈ ਨਹੀਂ ਕਹਿ ਸਕਦਾ, ਇਹ ਆਪਣਾ ਸਾਂਝਿਆਂ ਦਾ, ਸੋ ਇਹ ਚੈਨਲ ਨੂੰ ਆਟੋਮੈਟਿਕਲੀ ਹੀ ਲੋਕਾਂ ਤੱਕ ਭੇਜਣਾ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ। 2 ਚੈਨਲ ਆ ਗੁਰਕੀ ਸਾਹਿਬ, ਆਪਣੇ 2 ਚੈਨਲ ਆ, ਇੱਕ ਹੈਗਾ ਆਤਮ ਗਿਆਨ ਸਾਧਨਾ ਤੇ ਦੂਸਰਾ ਹੈਗਾ ਅਵੇਕਨਿੰਗ ਵਿਦ ਸਿਮਰਨ। ਬਸ 2 ਚੈਨਲ, ਦੋਨੋਂ ਚੈਨਲ ਤੁਸੀਂ ਜਿਹੜੇ ਨਾ ਪ੍ਰਮੋਟ ਕਰਦੇ। ਠੀਕ ਹੈ, ਇੰਨੀ ਸੇਵਾ ਕਬੂਲ ਕਰਨੀ। ਅੱਛਾ, ਇੱਕ ਕੱਲ ਦੀ ਗੱਲ ਜਿਹੜੀ ਚੱਲੀ ਸੀ, ਦੇਖੋ ਆਪ ਥੋੜੀ ਮੈਂ ਪਿੱਛੇ ਜਾਣਾ ਚਾਹੁੰਦਾ, ਉਹਦੇ ਨਾਲ ਥੋੜੀ ਗੱਲ ਕਲੀਅਰ ਹੋ ਜਾਂਦੀ। ਉਹ ਕਹਿੰਦੇ ਆ ਕਿ ਜੌਂ ਦੀ ਜਿਹੜੀ ਛਿੱਲੜ ਹੁੰਦੀ ਹੈ ਨਾ, ਜਿੱਦਾਂ ਝੋਨੇ ਦੀ ਛਿੱਲੜ ਹੈ, ਹਾਂਜੀ, ਉਸੇ ਤਰ੍ਹਾਂ ਜੌਂ ਦੀ ਛਿੱਲੜ ਆ ਕੀ ਕਹਿੰਦੇ, ਭੂਸੀ, ਜੌਂ ਕੀ ਭੂਸੀ ਖਾਓ। ਹਾਂਜੀ, ਹਾਂ, ਉਹ ਕਹਿੰਦੇ ਆ ਕਿ ਜੇਕਰ ਤੂੰ ਚੰਗੀ ਸੰਗਤ ਕਰ ਰਿਹਾ, ਚਲੋ ਠੀਕ ਹੈ, ਕਿਸੇ ਚੰਗੇ ਗਿਆਨ ਦੇ ਨਾਲ ਅਟੈਚ ਆ, ਔਰ ਉਸ ਗਿਆਨ ਦੇ ਨਾਲ ਤੇਰਾ ਜੀਵਨ ਥੋੜਾ ਜਿਹਾ ਹੋ ਸਕਦਾ ਹੈ ਕਿ ਤੂੰ ਉਹਨਾਂ ਸੁੱਖ ਨਹੀਂ ਪ੍ਰਾਪਤ ਕਰਦਾ, ਕਿਉਂਕਿ ਉਹ ਸੁੱਖ ਜਿਹੜੇ ਹੁੰਦੇ ਨੇ ਉਹ ਮੋਸਟਲੀ ਉਹ ਕੀ ਕਰਦੇ ਆ, ਬਾਣੀ 'ਚ ਇੱਕ ਤੁਕ ਆਉਂਦੀ ਆ, ਸੁਖ ਦਾਰੂ ਦੁੱਖ ਦਾਰੂ ਸੁਖ ਰੋਗ ਪਿਆ, ਸੁਖ ਰੋਗ ਪਿਆ। ਦੁੱਖ ਦਾ ਮਤਲਬ ਇਹ ਨਹੀਂ ਕਿ ਦੁੱਖ ਕੋਈ ਦਾਰੂ ਆ, ਦੁੱਖ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਦੁੱਖ ਹੁੰਦਾ ਹੈ ਤੇ ਬੰਦੇ ਨੂੰ ਰੱਬ ਚਿੱਤੇ ਆਉਂਦਾ, ਬੜਾ ਕਰੀਬ ਆ ਜਾਂਦਾ ਬੰਦਾ ਰੱਬ। ਔਰ ਜਦੋਂ ਸੁੱਖ ਆਉਂਦਾ ਹੈ, ਉਹ ਰੱਬ ਕੀ ਆਪਣੇ ਰਿਸ਼ਤੇਦਾਰਾਂ ਤੋਂ ਵੀ ਦੂਰ ਹੋ ਜਾਂਦਾ ਹੈ। ਬਹੁਤ ਉਹ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਹੈ, ਉਹਦੇ ਬੰਦੇ ਨੂੰ ਹੋਸ਼ ਗਵਾਚ ਜਾਂਦੀ। ਇਸ ਕਰਕੇ ਸੁੱਖ 'ਚ ਵੀ ਬੰਦਾ ਬੜਾ ਪਾਗਲ ਹੋ ਜਾਂਦਾ ਤੇ ਦੁੱਖ 'ਚ ਵੀ ਬੰਦਾ ਬੜਾ ਪਾਗਲ ਹੋ ਜਾਂਦਾ ਹੈ। ਆਪਾਂ ਦੋਨਾਂ ਦੇ ਵਿਚਕਾਰ 'ਚ ਰਹਿਣਾ, ਠੀਕ ਹੈ।
ਫਿਰ ਉਹ ਕਹਿੰਦੇ ਆ ਕਿ ਤੁਸੀਂ ਇਦਾਂ ਕਰਿਓ, ਜੇਕਰ ਤੁਹਾਨੂੰ ਸਵਾਦੀ ਭੋਜਨ ਮਿਲਦੇ ਹੋਣ ਪਰ ਤੁਹਾਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਣ, ਤੇ ਤੁਸੀਂ ਇਦਾਂ ਕਰਿਓ, ਉਹਨਾਂ ਭੋਜਨਾਂ ਦਾ ਤਿਆਗ ਕਰ। ਉਹ ਚੰਗੇ ਨਹੀਂ ਆ, ਤੁਹਾਡੇ ਮਾੜੇ ਨੇ, ਕਿਉਂਕਿ ਉਹ ਕੀ ਕਰਨਗੇ, ਉਹਨਾਂ ਨੇ ਤੁਹਾਡੇ ਚਿੱਤ 'ਚ ਗੜਬੜ ਪੈਦਾ ਕਰ ਦੇਣੀ। ਪਰ ਚਿੱਤ 'ਚ ਤੁਹਾਨੂੰ ਪਤਾ ਹੀ ਹੈ ਨਾ, ਚਿੱਤ ਦੇ ਵਿੱਚ ਤਰੰਗ ਜਿਹੜੀ ਪੈਦਾ ਹੋ ਗਈ, ਤੇ ਤੁਸੀਂ ਉਹੋ ਹੀ ਕੁਝ ਕਰਨਾ। ਕਹਿੰਦੇ ਜੈਸਾ ਅੰਨ ਤੈਸਾ ਮਨ, ਠੀਕ ਹੈ ਨਾ ਜੈਸਾ? ਬਿਲਕੁਲ ਠੀਕ ਹੈ ਜੀ। ਜੈਸਾ ਅੰਨ ਤੈਸਾ ਮਨ। ਤੋ ਮਨ ਜਿਹੜਾ ਬਣੇਗਾ ਕਿੱਥੋਂ? ਤੁਹਾਡੇ ਅੰਨ ਤੋਂ। ਅੰਨ ਦਾ ਮਤਲਬ ਇੱਥੇ ਇਹ ਮੀਟ ਮੱਛੀ ਦੀ ਗੱਲ ਨਹੀਂ ਹੈਗੀ। ਇੱਥੇ ਅੰਨ ਦਾ ਮਤਲਬ ਕਿ ਤੁਸੀਂ ਉਹ ਆੜਾ ਅੰਨ ਖਰੀਦਿਆ ਹੈ, ਕਿੱਥੋਂ ਖਰੀਦਿਆ? ਜੇ ਤੁਸੀਂ ਚੰਗੇ ਪੈਸਿਆਂ ਦੀ ਕੋਈ ਚੀਜ਼ ਖਰੀਦੀ ਹੈ, ਉਹ ਤੁਹਾਡੇ ਲਈ ਚੰਗੀ ਹੈ। ਔਰ ਜੇਕਰ ਤੁਸੀਂ ਉਸ ਪੈਸਿਆਂ ਤੇ ਤੁਹਾਡਾ ਅਧਿਕਾਰ ਨਹੀਂ ਹੈ, ਤੁਹਾਡੇ ਕੋਲ ਹੈਗੇ ਨੇ, ਔਰ ਤੁਸੀਂ ਉਸਦੇ ਨਾਲ ਕੋਈ ਚੀਜ਼ ਖਰੀਦ ਰਹੇ ਹੋ, ਤੇ ਉਹਦਾ ਅਸਰ ਵੀ ਨਿੱਜਾ ਸਾਹਿਬ ਉਸੇ ਤਰ੍ਹਾਂ ਦਾ ਹੋਏਗਾ। ਠੀਕ ਹੈ ਜੀ? ਬਿਲਕੁਲ ਠੀਕ ਹੈ ਜੀ। ਠੀਕ ਹੈ। ਸੋ ਇੱਥੇ ਆਪਾਂ ਦੇਖੀਏ, ਜਦੋਂ ਆਪਾਂ ਮਾੜਾ ਅੰਨ ਦਾ ਆਹਾਰ ਸੇਵਨ ਕਰਦੇ ਹਾਂ, ਤੇ ਫਿਰ ਉਹਦੇ ਨਾਲ ਸਾਡੇ ਅੰਦਰ ਬੜੇ ਔਗਣ ਪੈਦਾ ਹੋ ਜਾਂਦੇ ਨੇ। ਈਰਖਾ, ਨਫ਼ਰਤ, ਇੱਕ ਦੂਸਰੇ ਤੋਂ ਅੱਗੇ ਲੰਘ ਜਾਣ ਦੀ ਇੱਛਾ, ਝੂਠ ਬੋਲਣਾ, ਇਹ ਸਾਰੇ ਤੁਹਾਡੇ ਮਨ ਦੇ ਵਿਕਾਰ ਨੇ। ਪਤੰਜਲੀ ਕੀ ਕਹਿੰਦਾ, ਬਹੁਤ ਤਗੜਾ ਇੱਕ ਸੰਤ ਹੋਇਆ, ਬਹੁਤ ਪੁਰਾਣਾ ਸੰਤ, ਛੋਟਾ ਜਿਹਾ ਗ੍ਰੰਥ ਲਿਖਿਆ ਉਹਨੇ, ਕਿਸੇ ਧਰਮ ਧਰਮ ਦੀ ਗੱਲ ਨਹੀਂ ਕੀਤੀ। ਉਹ ਕਹਿੰਦਾ ਕਿ ਚਿੱਤ ਵ੍ਰਿੱਤੀ ਨਿਰੋਧਾ। ਉਹ ਕਹਿੰਦੇ ਨੇ ਕਿ ਤੁਸੀਂ ਏਦਾਂ ਕਰੋ ਕਿ ਚਿੱਤ ਦੇ ਉੱਤੇ ਜਿਹੜੀਆਂ ਵ੍ਰਿੱਤੀਆਂ ਪੈਦਾ ਹੁੰਦੀਆਂ, ਉਹਦਾ ਨਿਰੋਧ ਕਰੋ। ਕਿਸੇ ਨਿਰੋਧ ਦਾ ਮਤਲਬ ਪਤਾ ਹੀ ਹੈ, ਉਹਨੂੰ ਬੰਦ ਕਰ ਦਿਓ। ਉਹਨੂੰ ਬੰਦ ਕਰਨ ਦਾ ਤਰੀਕਾ ਕੀ ਹੈ? ਉਹ ਫਿਰ ਕਹਿੰਦੇ ਕਿ ਜਦੋਂ ਤੂੰ ਚਿੱਤ ਦੀ ਵ੍ਰਿੱਤੀ ਨੂੰ ਰੋਕ ਦੇਗਾ, ਤੇ ਫਿਰ ਤੈਨੂੰ ਸਮਾਧੀ ਮਿਲੇ, ਨਿਰਬੀਜ ਸਮਾਧੀ, ਸਭ ਤੋਂ ਉੱਪਰ ਦੀ ਸਮਾਧੀ। ਚਲੋ ਛੋਟੀਆਂ ਮੋਟੀਆਂ ਸਮਾਧੀਆਂ ਆਪਾਂ ਛੱਡ ਦਿੰਦੇ ਹਾਂ, ਵੈਸੇ ਵੀ ਉਹ ਇੰਨਾ ਡੀਪ ਜਾਣ ਦੀ ਲੋੜ ਨਹੀਂ। ਤੁਸੀਂ ਸਾਧਨਾ ਕਰਨੀ ਹੈ, ਤੇ ਸਭ ਤੋਂ ਪਹਿਲਾਂ ਤੁਹਾਨੂੰ ਧਿਆਨ ਪ੍ਰਾਪਤ ਹੋਣਾ ਹੈ। ਧਿਆਨ ਦਾ ਮਤਲਬ ਇਹੋ ਹੀ ਹੈ ਕਿ ਤੁਸੀਂ ਉਹ ਨਿਰਵਿਚਾਰ ਅਵਸਥਾ ਨੂੰ ਜਦੋਂ ਅਨੁਭਵ ਕਰਦੇ ਹੋ, ਥੋੜਾ ਵੇਖੋਗੇ ਨਾ ਕਿ ਸ਼ੁਰੂ ਚ ਜਦੋਂ ਤੁਸੀਂ ਉਹ ਦੀਵਾਰ ਨਾਲ ਟਕਰਾਏ ਨਾ, ਕਬੀਰ ਜੀ ਕਹਿੰਦੇ ਨਾ ਮੋਖਲਾ ਤੇ ਸਹਿਜੇ ਆਓ ਜਾਓ। ਪਹਿਲਾਂ ਮੋਖਲਾ ਸੀ, ਕਿਉਂਕਿ ਤੁਸੀਂ ਵਿਚਾਰ ਮੰਡਲ ਚੋਂ ਲੰਘਣ ਦੀ ਕੋਸ਼ਿਸ਼ ਕਰਦੇ, ਜੋ ਵਿਚਾਰ ਤੁਹਾਨੂੰ ਵਾਪਸ ਲੈ ਆਉਂਦਾ। ਫਿਰ ਤੁਸੀਂ ਕੋਸ਼ਿਸ਼ ਕਰਦੇ, ਫਿਰ ਤੁਹਾਨੂੰ ਧੂ ਲਿਆਉਂਦਾ। ਧਿਆਨ ਸਿਮਰਨ, ਧਿਆਨ ਦਾ ਮਤਲਬ ਆਪਣੀ ਸੁਰਤੀ ਨੂੰ ਇਕਾਗਰ ਕਰਨਾ। ਠੀਕ ਹੈ, ਆਪਣੇ ਧਿਆਨ ਨੂੰ ਇਕਾਗਰ ਕਰ ਲੈਣਾ। ਹੁਣ ਜਦੋਂ ਬੱਚੇ ਪੜ੍ਹਦੇ ਨੇ, ਆਪਾਂ ਉਹਨਾਂ ਨੂੰ ਕਹਿੰਦੇ ਕਿ ਪੁੱਤ ਤੂੰ ਉਸ ਰੂਮ 'ਚ ਜਾ ਕੇ ਪੜ੍ਹ ਜਿੱਥੇ ਆਵਾਜ਼ ਨਾ ਆਉਂਦੀ ਹੋਵੇ, ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ। ਤੂੰ ਸਾਇਲੈਂਟ ਹੋ ਕੇ ਆਪਣਾ ਧਿਆਨ ਕੀ ਕਰ, ਆਪਣੀ ਪੜ੍ਹਾਈ 'ਚ ਲਾ ਦੇ। ਇੱਥੇ ਵੀ ਜਿਹੜੀ ਕਥਾ ਚੱਲਦੀ ਆ, ਇਹ ਤੁਹਾਡੇ ਧਿਆਨ ਨੂੰ ਸ਼ਾਰਪ ਕਰ ਰਹੇ ਆ ਆਪਾਂ। ਜਿੱਦਾਂ ਵੇਖੋ, ਇੱਕ ਕਰਦ ਆ, ਠੀਕ ਹੈ, ਇੱਕ ਚਾਕੂ ਕਹਿ ਲਓ, ਕਰਦ ਕਹਿ ਲਓ। ਜੇਕਰ ਉਹ ਤਿੱਖੀ ਆ, ਤੇ ਨਿੱਜਾ ਸਾਹਿਬ ਉਹ ਬੜੀ ਵਧੀਆ ਚੀਜ਼ ਨੂੰ ਕੱਟ ਸਕਦੀ। ਬਿਲਕੁਲ। ਤੇ ਜੇ ਉਹ ਕੁੰਡੀ ਹੋ ਗਈ ਹੈ, ਤੇ ਫਿਰ ਤੇ ਟਮਾਟਰ ਵੀ ਨਹੀਂ ਕੱਟਿਆ ਜਾਣਾ। ਸੋ ਇੱਥੇ ਕਹਿਣ ਤੋਂ ਭਾਵ ਇਹ ਆ ਕਿ ਧਿਆਨ ਦਾ ਮਤਲਬ ਤੁਸੀਂ ਆਪਣੀ ਸੁਰਤੀ ਨੂੰ ਇੱਕਦਮ ਬਲੇਡ ਵਾਂਗੂ ਕਰ ਲਓ। ਜਦੋਂ ਇਹ ਬਲੇਡ ਵਾਂਗੂ ਸ਼ਾਰਪ ਹੋ ਗਈ ਨਾ, ਤੇ ਇਹਦੇ ਲਈ ਵਿਚਾਰ ਨੂੰ ਕੱਟਣਾ ਕੋਈ ਔਖਾ ਕੰਮ ਨਹੀਂ ਆ। ਕਹਿਣ ਤੋਂ ਭਾਵ ਜਿੱਦਾਂ ਵੇਖੋ, ਇੱਕ ਭਲਵਾਨ ਆ, ਹੁਣ ਮੇਰੇ ਵਰਗੇ ਨੂੰ ਕਹੋ ਕਿ ਚਰਨਜੀਤ ਵਜਨ ਚੁੱਕ, ਮੈਕਸੀਮਮ 40-50 ਕਿਲੋ 60 ਕਿਲੋ ਚੁੱਕ ਲੂੰਗਾ ਲੱਕ ਦੇ ਜ਼ੋਰ ਪਾ ਕੇ। ਪਰ ਜਦੋਂ ਬੰਦਾ ਐਕਸਰਸਾਈਜ਼ ਕਰਦਾ, ਫਿਰ ਕੀ ਹੁੰਦਾ ਨਿੱਜਾ ਸਾਹਿਬ, ਉਹ ਕੁਇੰਟਲ, ਸਵਾ ਕੁਇੰਟਲ ਵਜਨ ਵੀ, 1.5 ਕੁਇੰਟਲ ਵੀ ਚੁੱਕ ਲੈਂਦੇ ਆ। ਬਿਲਕੁਲ। ਉਹਨਾਂ ਦੇ ਮਸਲ ਵੇਖ ਕੇ ਕਿੱਡੇ ਵੱਡੇ ਡੋਲੇ ਹੁੰਦੇ ਆ। ਆਮ ਬੰਦਾ ਵੇਖੋ ਕੁੱਬਾ ਜਿਹਾ ਹੋ ਕੇ ਤੁਰਦਾ, ਵੇਖੋ ਕਿੱਦਾਂ ਉਹਨਾਂ ਦੀਆਂ ਛਾਤੀਆਂ ਚੌੜੀਆਂ, ਰੜੇ ਪੱਟ। ਤੇ ਇਸੇ ਤਰ੍ਹਾਂ ਧਿਆਨ ਦਾ ਮਤਲਬ ਇਹੋ ਕਿ ਆਪਣੇ ਅੰਦਰ ਕਪੈਸਿਟੀ ਨੂੰ ਬਿਲਡ ਕਰਨਾ। ਇੱਕ ਚੀਜ਼ ਨੂੰ ਆਪਣੀ ਸਮਝੋ, ਕਥਾ ਤੇ ਆਪਾਂ ਬਾਅਦ ਚ ਆਉਂਦੇ ਹਾਂ। ਮੈਂ ਇੱਕ ਸੜਕ ਤੇ ਜਾ ਰਿਹਾ, ਤੁਸੀਂ ਵੀ ਜਾਂਦੇ, ਹਰ ਦਿਨ ਸੜਕ ਤੋਂ ਜਾਂਦੇ। ਉੱਥੇ ਆਪਾਂ ਨੂੰ ਪਤਾ ਹੈ ਨਿੱਜਾ ਸਾਹਿਬ ਫਲਾਨੀ ਜਗ੍ਹਾ 'ਚ ਖੱਡੇ ਹੈਗੇ ਆ, ਤੇ ਜਿੱਥੇ ਖੱਡੇ ਹੁਣ ਨਿੱਜਾ ਸਾਹਿਬ ਆਪਾਂ ਕੀ ਕਰਦੇ ਹਾਂ, ਉੱਥੇ ਥੋੜੇ ਬਚ ਕੇ ਲੰਘ ਜਾਂਦੇ ਜਾਂ ਖੱਡੇ ਨੂੰ ਵਿਚਾਲੇ ਲੈ ਲਈਦਾ ਹੈ, ਜਾਂ ਸਾਈਡ ਤੇ ਕਰ ਲਈਦਾ। ਹਾਂ, ਇਹਦਾ ਮਤਲਬ ਕਿ ਸਾਡੇ ਕੋਲ ਆਪਸ਼ਨ ਹੈਗਾ। ਠੀਕ ਹੈ ਨਿੱਜਾ ਸਾਹਿਬ? ਬਿਲਕੁਲ। ਜੇ ਆਪਸ਼ਨ ਨਹੀਂ ਹੈਗਾ, ਖੱਡਾ ਲੋੜ ਤੋਂ ਜ਼ਿਆਦਾ ਚੌੜਾ, ਉੱਥੇ ਫਿਰ ਆਪਾਂ ਕੀ ਕਰਦੇ ਹਾਂ, ਛੋਟਾ ਗੇਅਰ ਪਾ ਲੈਂਦੇ ਹਾਂ। ਕਿਉਂ ਪਾਉਂਦੇ ਆ? ਕਿ ਗੱਡੀ ਦਾ ਨੁਕਸਾਨ ਨਾ ਹੋਵੇ। ਹੁਣ ਏਦਾਂ ਘਰ ਦੇ ਵਿੱਚ ਤੁਹਾਡੇ ਹਾਲਾਤ ਪੈਦਾ ਹੋ ਜਾਂਦੇ ਨੇ। ਅਗਲਾ ਬੰਦਾ ਆਰਗੂਮੈਂਟ ਕਰਨ ਨੂੰ ਫਿਰਦਾ, ਲੜਨ ਨੂੰ ਫਿਰਦਾ, ਉੱਥੇ ਛੋਟਾ ਗੇਅਰ ਪਾ ਲਓ।
ਪਰ ਉੱਥੇ ਛੋਟਾ ਥੋੜੀ ਪਾਈਦਾ, ਉੱਥੇ ਸਿੱਧਾ ਹੀ ਕੜਾਚ ਜਿਸਮ ਹਾਈ ਗੇਅਰ ਲਾ ਦਿੰਦੇ ਆਪਾਂ। ਬਿਲਕੁਲ। ਹੁਣ ਹਾਈ ਗੇਅਰ ਤੁਸੀਂ ਖੱਡੇ 'ਚ ਮਾਰੋਗੇ, ਦੱਸੋ ਕੀ ਹੋਊਗਾ? ਕੋਈ ਚੰਗੀ ਚੀਜ਼ ਹੈ? ਤੁਹਾਨੂੰ ਬੜਾ ਕੋਈ ਸਿਆਣਾ ਕਹੂਗਾ ਕਿ ਵਾਹ ਵੀ ਮਾਂ ਦਿਆ ਲਾਲਾ, ਤੂੰ ਗੱਡੀ 5ਵੇਂ ਗੇਅਰ 'ਚ ਪਾ ਕੇ ਤੇ ਏਡੇ ਵੱਡੇ 1.5 ਫੁੱਟ ਗੱਡੇ ਦੇ ਵਿੱਚ ਮਾਰੀ, ਕਿੱਡਾ ਕੁਝ ਸਿਆਣਾ ਹੈ, ਦੱਸੋ ਮੈਨੂੰ। ਬਿਲਕੁਲ। ਇਸੇ ਤਰ੍ਹਾਂ ਘਰ 'ਚ ਕਈ ਵਾਰੀ ਹਾਲਾਤ ਪੈਦਾ ਹੋ ਜਾਂਦੇ ਆ, ਮੇਰੀ ਜ਼ਿੰਦਗੀ 'ਚ ਹੋਏ ਨੇ। ਮੈਂ ਵੀ ਝੂਠ ਬੋਲਾਂ, ਮੈਂ ਕੋਈ ਸਿਆਣਾ ਥੋੜੀ ਹੈਗਾ ਬਹੁਤਾ, ਪਰ ਉੱਥੇ ਹੁਣ ਮੈਂ ਸਿਆਣਾ ਹੋ ਗਿਆ ਥੋੜਾ ਥੋੜਾ, ਜ਼ਿਆਦਾ ਨਹੀਂ, ਥੋੜਾ ਥੋੜਾ। ਮੈਨੂੰ ਪਤਾ ਹੈ ਮੈਂ ਕੀ ਕਰ ਰਿਹਾ। ਇਸੇ ਹੀ ਤਰ੍ਹਾਂ ਇੱਕ ਸੰਤ ਕਹਿੰਦਾ ਹੈ ਕਿ ਤੂੰ ਬੇਹੋਸ਼ੀ 'ਚ ਕਿਤੇ ਮੱਖੀ ਵੀ ਨਾ ਉਡਾਵੀਂ। ਜੀ ਸਾਹਿਬ, ਬਿਲਕੁਲ। ਜੇ ਤੂੰ ਮੱਖੀ ਵੀ ਉਡਾਵੇਂ, ਤੈਨੂੰ ਪਤਾ ਹੋਵੇ ਤੂੰ ਉਡਾ ਰਿਹਾ। ਗੱਲ ਮੱਖੀ ਦੀ ਨਹੀਂ ਹੈਗੀ, ਗੱਲ ਕਿ ਤੈਨੂੰ ਹੋਸ਼ ਕਿੰਨੀ ਆ, ਤੇਰਾ ਧਿਆਨ ਕਿੰਨਾ ਇਕਾਗਰ ਆ, ਤੂੰ ਕਿੰਨਾ ਫੋਕਸ ਹੈਗਾ। ਜਦੋਂ ਤੂੰ ਆਪਣੇ ਧਿਆਨ ਨੂੰ ਇਕੱਠਾ ਕਰ ਲੇਗਾ ਨਾ, ਇੱਕਦਮ ਤੇਰੇ ਅੰਦਰ ਚੇਤਨਾ ਪ੍ਰਗਟ ਹੋ। ਔਰ ਇਹ ਇੱਕ ਛੋਟੀ ਐਕਸਰਸਾਈਜ਼ ਹੈ। ਵੈਸੇ ਸਾਧਨਾ ਕਰਨ ਦੇ ਨਾਲ ਧਿਆਨ ਤੇ ਤੁਹਾਡਾ ਇਕਾਗਰ ਹੋਣਾ ਹੀ ਹੋਣਾ, ਉਦਾਂ ਵੀ ਇੱਕ ਛੋਟੀ ਜਿਹੀ ਐਕਸਰਸਾਈਜ਼ ਆ, ਤਾਂ ਜੋ ਆਪਾਂ ਕੰਮ ਨੂੰ ਵਧੀਆ ਤਰੀਕੇ ਨਾਲ ਕਰੀਏ। ਜਦੋਂ ਦੇਖੋ ਆਪ ਰੋਟੀ ਬਣਾਉਂਦੇ ਜੋ, ਜੇਕਰ ਤੁਹਾਡਾ ਧਿਆਨ ਰੋਟੀ 'ਚ ਨਹੀਂ ਆ, ਸਬਜ਼ੀ 'ਚ ਨਹੀਂ ਹੈ, ਖਾਣਾ ਸਵਾਦੀ ਨਹੀਂ ਬਣੇਗਾ ਨਿੱਜਰ ਸਾਹਿਬ, ਕਿਉਂਕਿ ਧਿਆਨ ਹੀ ਨਹੀਂ ਹੈ। ਉਹ ਵੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹ ਗੱਲਾਂ ਹੀ ਗੱਲਾਂ ਲੋਕਾਂ ਨੇ ਕਰ ਛੱਡੀਆਂ, ਦੱਸੀ ਕਿਸੇ ਨੇ ਕਲੀਅਰ ਹੀ ਨਹੀਂ ਕੀਤੀ। ਉਹ ਨਮਾਜ਼ੀ ਕਹਿੰਦਾ ਹੈ ਕਿ ਆਓ ਨਾਨਕ ਸਾਹਿਬ, ਤੁਸੀਂ ਤੇ ਕਹਿੰਦੇ ਜੋ ਹਿੰਦੂ ਮੁਸਲਮਾਨ, ਆਓ ਸਾਡੇ ਨਾਲ ਨਮਾਜ਼ ਕਰੋ, ਆਓ ਬੈਠੀਏ। ਉਹ ਕਹਿੰਦੇ ਨਮਾਜ਼, ਉਹ ਕਹਿੰਦੇ ਬਈ ਉੱਠੇ, ਕਹਿੰਦੇ ਰਾਮ ਤੇ ਅੱਲਾ ਇੱਕ ਨੇ, ਕੇਵਲ ਗੱਲਾਂ ਹੀ ਹੈ, ਤੁਸੀਂ ਕਰਕੇ ਤੇ ਬੈਠੇ ਨਹੀਂ ਸਾਡੇ ਨਾਲ, ਤੁਸੀਂ ਖਲੋਤੇ ਰਹੇ। ਉਹ ਕਹਿੰਦਾ ਮੈਂ ਤੇਰੇ ਵਾਂਗੂ ਘੋੜਿਆਂ 'ਚ ਨਹੀਂ ਧਿਆਨ ਮੇਰਾ। ਵੇਖ ਨਿਜਰ ਸਾਹਿਬ, ਗੱਲ ਉੱਥੇ ਪਹੁੰਚ ਗਈ ਆ। ਬਿਲਕੁਲ। ਕਿਉਂਕਿ ਜਦੋਂ ਤੁਸੀਂ ਬਹੁਤ ਹੀ ਜ਼ਿਆਦਾ ਅੰਦਰੋਂ ਸ਼ਾਂਤ ਹੋ ਗਏ ਨਾ, ਤਾਂ ਤੁਸੀਂ ਦੂਜੇ ਦੇ ਵਿਚਾਰ ਪੜ੍ਹ ਸਕਦੇ ਜੋ। ਕਿਉਂਕਿ ਵੀ ਸ਼ਾਂਤ ਹੋ ਗਏ ਨਾ, ਕਮਿਊਨੀਕੇਸ਼ਨ, ਅਗਲੇ ਦੀ ਵਾਈਬ੍ਰੇਸ਼ਨ ਤੁਹਾਡੇ ਕੋਲ ਆ ਜਾਏਗੀ, ਤੁਹਾਨੂੰ ਪਤਾ ਲੱਗੂਗਾ ਕਿ ਅਗਲਾ ਬੰਦਾ ਤੁਹਾਡੇ ਨਾਲ ਲੜਨ ਨੂੰ ਫਿਰਦਾ ਹੈ, ਉਹ ਤੁਹਾਡੇ ਤੋਂ ਚਾਹੁੰਦਾ ਕੀ ਆ, ਉਹਦੇ ਸਿਗਨਲਸ, ਉਹਦੀ ਵਾਈਬ੍ਰੇਸ਼ਨ ਤੁਸੀਂ ਫੀਲ ਕਰ ਸਕਦੇ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਉਸ ਗੱਲ ਤੇ ਸੱਟ ਮਾਰੀ, ਕਹਿੰਦੇ ਦੇਖ ਤੂੰ ਨਮਾਜ਼ ਅਦਾ ਕੀਤੀ ਆ, ਪਰ ਤੇਰਾ ਧਿਆਨ ਨਮਾਜ਼ ਦੇ ਵਿੱਚ ਨਹੀਂ ਆ, ਇਸ ਕਰਕੇ ਤੇਰੀ ਨਮਾਜ਼ ਕਬੂਲ ਵੀ ਨਹੀਂ ਆ। ਬਿਲਕੁਲ। ਔਰ ਮੈਂ ਭਾਵੇਂ ਖਲੋਤਾ ਹੈ, ਭਾਵੇਂ ਮੈਂ ਨਹੀਂ ਚੁੱਕਿਆ, ਪਰ ਮੈਂ ਨਮਾਜ਼ ਅਦਾ ਕੀਤੀ, ਤੇਰੇ ਵਾਂਗੂ ਘੋੜੇ ਨਹੀਂ ਵੇਚੇ। ਆਪ ਜਸਟ ਪਲੀਜ਼ ਸਮਝਦੇ ਉਹਨਾਂ ਦੇ ਨਿਰਦੇਸ਼, ਇਹਨਾਂ ਲੋਕਾਂ ਨੇ ਉਹ ਗਿਆਨ ਨੂੰ ਕਿੰਨਾ ਛੋਟਾ ਕਰਤਾ। ਬਿਲਕੁਲ। ਉਹ ਕੋਈ ਹੋਰ ਹੀ ਕਹਾਣੀਆਂ ਸੁਣਾ ਕੇ ਸਵਾਲ, ਉਹ ਕਹਿੰਦੇ ਤੇਰਾ ਧਿਆਨ ਹੀ ਨਹੀਂ ਹੈਗਾ ਨਮਾਜ਼। ਉਹ ਤਾਂ ਬੇਸ਼ੱਕ ਤੂੰ ਨਮਾਜ਼, ਉਹਨਾਂ ਦੀ ਤਾਂ ਦ੍ਰਿਸ਼ਟਾਂਤ ਲਿਆਇਆ ਹੈ, ਤਾਂ ਆਪਣੀ ਗੱਲ ਤਾਂ ਹਰੇਕ ਨੂੰ ਜਿਹੜਾ ਵੀ ਗਿਆਨ ਲੈ ਰਿਹਾ ਉਹਦੇ ਵਾਸਤੇ, ਸਿਹਤ ਤਾਂ ਆਪਣੇ ਵਾਸਤੇ ਹੈਗੀ ਆ। ਹਾਂ, ਤੂੰ ਗੱਲ ਦੇ ਹੁਣ ਉੱਥੇ ਦੇਖ ਧਿਆਨ, ਹੁਣ ਧਿਆਨ ਦੇ ਬਾਰੇ ਦੱਸਣਾ ਕਿੰਨੇ, ਕਿਉਂਕਿ ਧਿਆਨ ਦੱਸਣ ਦੀ ਥੋੜਾ ਗਿਆਨ ਚਾਹੀਦਾ। ਉਹ ਗਿਆਨ ਦਾ ਮਤਲਬ ਕਿ ਧਿਆਨ ਉਹਨਾਂ ਚਿਰ ਤੁਹਾਡਾ ਇਕਾਗਰ ਨਹੀਂ ਹੋਣਾ ਜਿੰਨਾ ਚਿਰ ਤੱਕ ਬੰਦੇ ਦੇ ਪੁੱਤ ਨਹੀਂ ਬਣ ਜਾਂਦੇ। ਸਿੱਧੀ ਜੀ ਗੱਲ ਹੈ। ਬਿਲਕੁਲ ਸਹੀ ਗੱਲ ਆ। ਧਿਆਨ ਇਕਾਗਰ ਕਰਨ ਵਾਸਤੇ ਜਿੱਧਰ ਜਿੱਧਰ ਫਸੇ ਹੋਏ ਆ ਉਧਰੋਂ ਹਟਾਉਣਾ ਪੈਣਾ ਧਿਆਨ, ਤਾਂ ਇਕਾਗਰ ਹੋਊਗਾ। ਹੁਣ ਜਿੱਦਾਂ ਮੇਰੇ ਕਰਮ ਜਾਨਵਰ ਵਾਲੇ ਹੋਣ ਤੇ ਮੈਂ ਕਹਾਂ ਮੈਂ ਬ੍ਰਹਮ ਗਿਆਨੀ ਬਣ ਜਾ, ਆਪ ਜਸਟ ਦੱਸੋ ਕਿੱਥੋਂ ਪੋਸੀਬਲ ਹੈ? ਜਦੋਂ ਮੈਂ ਖੱਡਿਆਂ 'ਚ ਗੱਡੀ ਮਾਰੀ ਜਾਂਦੇ ਆ, ਮੈਂ ਵੇਂਦਾ ਹੀ ਨਹੀਂ ਪਿਆ, ਅੱਖਾਂ ਬੰਦ ਕਰਕੇ ਜੀਵਨ ਬਤੀਤ ਕੀਤਾ। ਮੈਂ ਕਹਿੰਦਾ ਮੈਂ ਜਾਣਦਾ, ਮੈਂ ਕਹਾਂ ਜੀ ਮੈਂ ਚਰਨਜੀਤ ਸਿੰਘ ਫਲਾਣੇ ਦਾ ਮੁੰਡਾ, ਮੈਂ ਇੱਥੇ ਜੌਬ ਕਰਦਾ ਜੀ, ਇੱਥੇ ਮੇਰਾ ਘਰ ਹੈ। ਉਹ ਭੋਲਿਆ, ਤੂੰ ਚਰਨਜੀਤ ਸਿੰਘ ਕਿਹੜਾ ਹੈ? ਤੂੰ ਉਹਨੂੰ ਜਾਣਦਾ? ਉਹ ਤੇਰੇ ਅੰਦਰ ਜਿਹੜਾ ਰਹਿੰਦਾ। ਤੂੰ ਧਿਆਨ ਬੰਦ ਕਰ, ਅੱਖਾਂ ਆਪਣੀਆਂ ਬੰਦ ਕਰਕੇ ਤੂੰ ਵੇਖ ਆਪਣੇ ਆਪ ਨੂੰ, ਤੈਨੂੰ ਪਤਾ ਲੱਗ ਜੂਗਾ ਤੂੰ ਕਾਮੀ ਆ, ਕ੍ਰੋਧੀ ਆ, ਲੋਭੀ ਆ, ਕਿ ਮੋਹ ਦੇ ਵਿੱਚ ਫਸਿਆ ਹੈ। ਉਹ ਤੂੰ ਕਿਤੇ ਨਫ਼ਰਤ ਦੀ ਅੱਗ 'ਚ ਨਹੀਂ ਫਸਿਆ, ਤੂੰ ਕਿਤੇ ਤੂੰ ਝੂਠ ਤੇ ਨਹੀਂ ਬੋਲਦਾ, ਤੂੰ ਕੌਣ ਹੈ ਅੰਦਰੋਂ? ਪਤੰਜਲੀ ਫਿਰ ਉਸੇ ਗੱਲ ਤੇ ਆ ਜਾਂਦੇ ਆ, ਕਹਿੰਦੇ ਚਿੱਤ ਵ੍ਰਿਤੀ ਨਿਰੋਧਾ, ਚਿੱਤ ਦੀਆਂ ਵ੍ਰਿਤੀਆਂ ਦਾ ਨਿਰੋਧ ਕਰ ਦੇਣਾ ਮੁਕਤੀ ਆ। ਕਿਉਂਕਿ ਤੁਸੀਂ ਸਮਾਧੀ ਚੱਲ ਜਾਣਾ, ਔਰ ਜਿਹੜਾ ਬੰਦਾ ਸਮਾਧੀ 'ਚ ਗਿਆ, ਫਿਰ ਕਹਿੰਦੇ ਪਾਰਸ ਦੇ ਲਾਗੇ ਜਦੋਂ ਕੋਈ ਲੋਹਾ, ਕੋਈ ਪਿੱਤਲ, ਕੋਈ ਤਾਂਬਾ ਪਹੁੰਚਦਾ ਹੈ, ਉਹਨੂੰ ਫਿਰ ਪਾਰਸ ਕੀ ਕਰਦਾ ਹੈ? ਉਹਨੂੰ ਮੁਕਤ ਕਰ ਦਿੰਦਾ ਹੈ। ਉਸ ਨੂੰ ਕਿਸ ਤੋਂ? ਉਹਦੀ ਜਿਹੜਾ ਲੈਵਲ ਡਾਊਨ ਆ ਉਸ ਤੋਂ ਅਪਗ੍ਰੇਡ ਕਰ ਦਿੰਦਾ ਹੈ, ਉਹਨੂੰ ਕੰਚਨ ਕਰ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਚਿੱਤ ਨੂੰ ਰੋਕ ਦਿੰਦੇ ਹਾਂ, ਤੇ ਕਬੀਰ ਜੀ, ਉਹ ਫਿਰ ਰਾਮਾਨੰਦ ਜੀ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਹਾਂ, ਕਿਉਂਕਿ ਮੇਰਾ ਚਿੱਤ ਨਹੀਂ ਚੱਲਦਾ। ਉਹੀ ਪਤੰਜਲੀ ਦੀ ਗੱਲ ਕਹਿ ਰਹੇ ਨੇ, ਉਹਨਾਂ ਦੀ ਭਾਸ਼ਾ ਹੋਰ, ਇਹਨਾਂ ਦੀ ਭਾਸ਼ਾ ਹੋਰ। ਕਹਿੰਦਾ ਮੇਰਾ ਚਿੱਤ ਨਹੀਂ ਚੱਲਦਾ, ਜੋ
ਨਹੀਂ ਚੱਲਦਾ, ਚਿੱਤ ਦੇ ਅੰਦਰ ਜਿਹੜੀਆਂ ਵ੍ਰਿਤੀਆਂ ਹੈ ਮੈਨੂੰ ਬਲੌਕ ਕਰਤਾ ਹੈ। ਬਲੌਕ ਕਿੱਦਾਂ ਕੀਤਾ ਹੈ? ਕੁਝ ਧਿਆਨ ਕੀਤਾ ਹੈ ਤੇ ਕੁਝ ਦਿਨੇ ਵੀ ਆਪਣੇ ਉੱਪਰ ਧਿਆਨ ਕੀਤਾ ਹੈ। ਉਹਨੂੰ ਬਾਣੀ ਚ ਕਹਿੰਦੇ ਨੇ ਭੈ ਦੇ ਵਿੱਚ ਰਹਿਣਾ। ਭੈ ਦੇ ਵਿੱਚ ਸੂਰਜ ਹੈ, ਚੰਦਰਮਾ, ਧਰਤੀਆਂ, ਹਰ ਇੱਕ ਚੀਜ਼ ਭੈ ਦੇ ਵਿੱਚ ਆ, ਪਰ ਬੰਦਾ ਭੈ ਚ ਨਹੀਂ ਜਾਏਗਾ। ਬਿਲਕੁਲ। ਜਿਹੜਾ ਬੰਦਾ ਪੰਜ ਵਕਤ ਨਮਾਜ਼ ਪੜ੍ਹੇ ਜਾਂ ਸਾਰਾ ਦਿਨ ਗੁਰਦੁਆਰੇ ਚ ਰਵੇ, ਇਹ ਬੰਦਾ ਭੈ ਚ ਨਹੀਂ ਜਾਏਗਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ, ਬੇਸ਼ੱਕ ਤੂੰ ਨਮਾਜ਼ ਅਦਾ ਕਰਦਾ ਹੈ, ਉਹ ਭੁੱਲਿਆ ਤੇਰਾ ਧਿਆਨ ਹੀ ਨਹੀਂ ਹੈਗਾ ਉੱਥੇ। ਬਿਲਕੁਲ। ਔਰ ਮੈਂ ਘਰੇ ਬੈਠਾ ਹੈ, ਮੇਰੀ ਨਮਾਜ਼ ਕਬੂਲ, ਮੈਂ ਫਿਰ ਨਹੀਂ ਕਰਦਾ ਕਿਉਂਕਿ ਮੇਰਾ ਜੀਵਨ ਸਹਿਜ ਚ ਚੱਲਣ ਦਿਆ ਵਾ। ਬੁਰਾਈਆਂ ਦਾ ਤਿਆਗ ਕਰਤਾ, ਮੇਰੇ ਚਿੱਤ ਚ ਤੇ ਔਗਣ ਕੋਈ ਨਹੀਂ ਹੈਗਾ, ਇੱਕਦਮ ਸ਼ੁੱਧ। ਕਬੀਰ ਜੀ ਫਿਰ ਕਹਿੰਦੇ ਨੇ, ਪਾਸੇ ਲਾ ਕੇ ਹਰ ਫਿਰੇ ਕਹਿਤ ਕਬੀਰ 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 ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹਾਂ, ਨਿਰਮਲ ਹੋ। ਹੁਣ ਉਹਦੇ ਵਿੱਚ ਕੀ, ਫਿਰ ਇਹ ਕਬੀਰ ਸਾਹਿਬ ਵੀ ਉਹ ਗੱਲ ਕਰਦੇ ਆ, ਪਤੰਜਲੀ ਵਾਲੀ ਗੱਲ, ਮੇਰੇ ਉਹ ਕਹਿੰਦੇ ਚਿੱਤ ਵ੍ਰਿਤੀ ਨਿਰੋਧ। ਚਿੱਤ ਦੀਆਂ ਵ੍ਰਿਤੀਆਂ ਦਾ ਮਤਲਬ ਐਸੀਆਂ ਚੀਜ਼ਾਂ ਜਿਹੜੀਆਂ ਮੈਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾ ਰਹੀਆਂ, ਤੇ ਫਿਰ ਮੈਂ ਕੀ ਕਰਦਾ, ਉਹਨੂੰ ਰੋਕ ਦੇਣਾ, ਉਹਨੂੰ ਬਲੌਕ ਕਰ ਦੇਣਾ। ਜਿੱਦਾਂ ਇੱਕ ਰੁੱਖ ਦੀਆਂ ਫਾਲਤੂ ਦੀਆਂ ਜਿਹੜੀਆਂ ਟਾਹਣੀਆਂ ਨਿਕਲਦੀਆਂ, ਆਪਾਂ ਨੂੰ ਵੱਢ ਦਿੰਦੇ। ਕਿਉਂ ਵੱਢਦੇ ਆ? ਕਿਉਂਕਿ ਉਹ ਖੂਬਸੂਰਤੀ ਨੂੰ ਡੈਮੇਜ ਕਰ ਰਹੀਆਂ ਨੇ, ਪਰ ਯੂਜ਼ਫੁਲ ਨਹੀਂ ਹੈਗੀ, ਆਪਾਂ ਨੂੰ ਵੱਢ ਦਿੰਦੇ। ਆਪਾਂ ਕਿਹਨੂੰ ਰੱਖਦੇ ਆ? ਜਿਹੜੀ ਚੀਜ਼ ਦੀ ਲੋੜ ਹੈ। ਇਸੇ ਹੀ ਤਰ੍ਹਾਂ ਤੁਸੀਂ ਆਪਣੇ ਆਪ ਰੂਪੀ ਇੱਕ ਰੁੱਖ ਦੀ ਵਿੱਚ ਜਿਹੜੀਆਂ ਫਾਲਤੂ ਦੀਆਂ ਜੜ੍ਹਾਂ ਉੱਗ ਰਹੀਆਂ ਨੇ, ਡਾਹਣੀਆਂ ਨਿਕਲਦੀਆਂ ਨੇ, ਉਹਨੂੰ ਕਟਿੰਗ ਕਰੋ ਧਿਆਨ ਦੇ ਨਾਲ। ਠੀਕ ਹੈ ਨਾ ਜੈ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਜ ਦੇ ਵਿਚਾਰ ਸ਼ੁਰੂ ਕਰੋ ਜੀ। ਹਾਂਜੀ, ਅੱਗੇ ਚੱਲੋ। ਕਬੀਰ ਰਾਮ ਨਾ ਛੋੜੀਐ, ਤਨ ਧਨ ਜਾਏ ਤਾਂ ਜਾਓ। ਕਹਿੰਦੇ ਪਰਮੇਸ਼ਰ ਦੀ ਭਗਤੀ ਇਸੇ ਵਾਸਤੇ ਦੁਨੀਆ ਬਣਾਈ ਹੈ ਮਾਲਕ ਨੇ, ਆਹੀ ਖੇਡ ਹੈਗੀ। ਇਸੇ ਵਾਸਤੇ ਆਪਾਂ ਨੂੰ ਮਨੁੱਖੀ ਸਰੀਰ ਮਿਲਿਆ ਹੋਇਆ, 84 ਲੱਖ ਜੂਨਾਂ ਤੋਂ ਉੱਪਰਲਾ। ਕਹਿੰਦੇ ਨਾ ਛੱਡ ਪਿਆਰਿਆ, ਨਾ ਛੱਡ ਭਗਤੀ, ਨਾ ਛੱਡ ਇਹ ਧਿਆਨ ਸਿਮਰਨ, ਨਾ ਛੱਡ। ਤਨ ਧਨ ਜਾਏ ਤਾਂ ਜਾਓ। ਕਹਿੰਦੇ ਤਨ ਵੀ ਚਲੇ ਜਾਏ, ਧਨ ਵੀ ਚਲੇ ਜਾਏ, ਜਾਂਦਾ ਤੇ ਜਾਏ। ਚਰਨ ਕਮਲ ਚਿਤ ਵੇਦਿਆ, ਰਾਮੇ ਨਾਮ ਸਮਾਉ। ਜੇ ਰਾਮ ਨਾਮ ਨਹੀਂ ਛੱਡਾਂਗੇ ਆਪਾਂ, ਤੇ ਇਹੀ ਪਰਮੇਸ਼ਰ ਦੇ ਸੋਹਣੇ ਚਰਨ ਹੈਗੇ, ਚਿੱਤ ਵੇਦਿਆ ਆ, ਤੇ ਉਹਦੇ ਵਿੱਚ ਹੀ ਸਮਾ ਜਾਵਾਂਗੇ ਆਪਾਂ। कबीर तू करता तू भया मुझ में रहा न हूँ, जब आपा पर का मिट गया जब देखा तत् तू। हाँ जी ਵੀਰ। ਠੀਕ ਹੈ ਜੀ। ਉਹ ਕਹਿੰਦੇ ਨੇ ਕਬੀਰ ਰਾਮ ਨਾ ਛੋੜੀਏ, ਤਨ ਧਨ ਜਾਏ ਸੋ ਤਾਂ ਜਾਏ। ਕਹਿਣ ਤੋਂ ਭਾਵ ਉਹ ਕਹਿੰਦੇ ਆ ਕਿ 24 ਘੰਟੇ, ਇਸ 24 ਘੰਟਿਆਂ ਚੋਂ ਦਸਵੰਧ ਕੱਢਣਾ ਮੈਂ ਰੱਬ ਦੇ ਲਈ, ਰੱਬ ਦੇ ਲਈ ਨਹੀਂ, ਆਪਣੇ ਲਈ। ਦੇਖੋ ਪੈਸਾ ਵੀ ਜ਼ਰੂਰੀ ਹੈ ਕਿਉਂਕਿ ਪ੍ਰਕਿਰਤੀ ਦੇ ਵਿੱਚ ਬੈਠੇ ਆ, ਪ੍ਰਕਿਰਤੀ ਦੇ ਆਪਣੇ ਅਸੂਲ ਨੇ, ਰੋਟੀ ਪਾਣੀ ਕੱਪੜਾ, ਰੋਟੀ ਕੱਪੜਾ ਤੇ ਮਕਾਨ। ਇਹੋ ਹੀ ਹੈ ਤਿੰਨ ਚੀਜ਼ਾਂ। ਬਿਲਕੁਲ, ਇਹ ਤਿੰਨ ਚੀਜ਼ਾਂ ਮੈਂਡੇਟਰੀ ਹੈ। ਇੱਕ ਜੇ ਤੁਸੀਂ ਧਰਤੀ ਤੇ ਆ ਚੁੱਕੇ ਜੋ ਤੇ ਇਹਦਾ ਮਤਲਬ ਇਹ ਤਿੰਨ ਚੀਜ਼ਾਂ ਤੁਹਾਨੂੰ ਬਹੁਤ ਜ਼ਰੂਰੀ। ਇਸ ਤੋਂ ਬਿਨਾਂ ਤੁਹਾਡਾ ਜੀਵਨ ਬੜਾ ਔਖਾ ਹੋ ਜਾਏਗਾ। ਰੋਟੀ ਕੱਪੜਾ ਤੇ ਮਕਾਨ, ਠੀਕ ਹੈ। ਇਸ ਦੇ ਇਲਾਵਾ ਕਹਿੰਦੇ ਆ ਕਿ ਰਾਮ ਨੂੰ ਵੀ ਨਹੀਂ ਤੂੰ ਛੱਡਣਾ। ਉਹ ਇਹਨਾਂ ਤਿੰਨ ਚੀਜ਼ਾਂ ਕਹੀਆਂ ਨੇ, ਪਰ ਮੈਂ ਇੱਥੇ ਇੱਕ ਚੀਜ਼ ਹੋਰ ਮੈਂਸ਼ਨ ਕਰ ਦਾਂਗਾ। ਤੁਹਾਡਾ ਰਾਤ ਪਰਮਾਤਮਾ ਦੇ ਨਾਲ ਸੰਪਰਕ ਹੋਣਾ ਬੜਾ ਜ਼ਰੂਰੀ। ਤੁਸੀਂ ਰੋਟੀ ਕੱਪੜਾ ਤੇ ਮਕਾਨ ਦੇ ਵਿੱਚ ਨਾ ਭੱਜ ਕੇ ਆਪਣਾ ਜੀਵਨ ਬਰਬਾਦ ਕਰ ਲਿਓ, ਕਿਉਂਕਿ ਉੱਥੇ ਕਹਿੰਦੇ ਰਾਮ ਨਾ ਛੋਡੋ। ਰਾਮ ਨੂੰ ਨਹੀਂ ਮੈਂ ਛੱਡਦਾ, ਕਿਉਂਕਿ ਇਹਨਾਂ ਦੇ ਵਿੱਚ ਰਾਮ ਨਹੀਂ ਹੈਗਾ। ਜਿੱਥੇ ਜ਼ਰੂਰਤਾਂ ਨੇ, ਰੋਟੀ ਕੱਪੜਾ ਤੇ ਮਕਾਨ, ਕਿਹਦੀ ਜ਼ਰੂਰਤ ਹੈ ਦੱਸੋ ਮੈਨੂੰ? ਤੁਹਾਡੇ ਤਨ ਦੀ ਲੋੜ ਹੈ ਤੇ ਪਰ ਤੁਹਾਡੀ ਆਤਮਾ, ਤੁਹਾਡੇ ਤਨ ਦੀ ਤੇ ਕੁਝ ਤਨ ਦੀ ਉਹ ਜ਼ਰੂਰਤ ਵੱਖਰੀ ਹੈ। ਮਨ ਨੂੰ ਤੁਸੀਂ ਸ਼ਾਂਤ ਕਰਨਾ ਚਾਹੁੰਦੇ, ਬੰਦਾ ਕਿੱਦਾਂ ਪਹਾੜਾਂ ਦੇ ਵਿੱਚ ਘਰ ਬਣਾਉਂਦਾ, ਉੱਥੇ ਕੀ ਕਰਨ ਜਾਂਦਾ ਹੈ ਪਤਾ? ਕੇਵਲ ਮਨ ਦੀ ਸ਼ਾਂਤੀ। ਅਮੀਰ ਲੋਕ ਕੀ ਕਰਦੇ ਆ, ਕਹਿੰਦੇ ਮੇਰਾ ਇੱਕ ਨਾ ਫਾਰਮ ਹਾਊਸ ਬਣਾਓ। ਮੈਂ ਸਿਟੀ ਤੋਂ ਦੂਰ ਜਾਣਾ ਚਾਹੁੰਦਾ, ਮੈਂ ਉੱਥੇ ਰਹਿਣਾ ਚਾਹੁੰਦਾ ਜਿੱਥੇ ਮੈਂ ਇਕੱਲਾ ਹੋ। ਕੀ ਕਰਨਾ ਉੱਥੇ? ਮੇਰਾ ਮਨ ਸ਼ਾਂਤ ਹੋਣਾ ਜ਼ਰੂਰੀ। ਤੋ ਇੱਥੇ ਆਪਾਂ ਇਸ ਚੀਜ਼ ਨੂੰ ਸਮਝਣਾ ਹੈ, ਆਪਣੇ ਜੀਵਨ ਚੋਂ ਸਮਾਂ ਕੱਢਣਾ ਹੈ। ਦੇਖੋ ਤੁਸੀਂ ਜਿਹੜਾ ਵੀ ਕੰਮ ਕਰਦੇ ਸ਼ਾਮ ਤੱਕ ਉਹੀ ਕਰਦੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ,
ਜਿਹੜਾ ਕੰਮ ਗੈਰ ਜ਼ਰੂਰੀ ਆ ਤੁਸੀਂ ਨਹੀਂ ਕਰਦੇ, ਕਿਤੇ ਨਹੀਂ ਕਰਦੇ। ਕੋਈ ਚੀਜ਼ ਖਰਾਬ ਹੋ ਗਈ ਤੁਸੀਂ ਫਟ ਸਹੀ ਕਰਨ ਜਾਓਗੇ, ਕਿਉਂਕਿ ਤੁਸੀਂ ਉਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ, ਲੋੜ ਹੈ ਉਹਨੂੰ। ਇਸੇ ਤਰ੍ਹਾਂ ਕਹਿੰਦੇ ਕਬੀਰ ਜੀ ਕਹਿੰਦੇ ਕਿ ਵੀ ਨਾਮ ਨਹੀਂ ਮੈਂ ਛੱਡਣਾ। ਔਰ ਇਹਦੇ ਚ ਦੋ ਚੀਜ਼ਾਂ ਦਾ ਨੁਕਸਾਨ ਹੋਣਾ ਹੈ, ਇੱਕ ਧਨ ਦਾ ਤੇ ਇੱਕ ਧਨ ਦਾ। ਧਨ ਦਾ ਮਤਲਬ ਇਹੋ ਹੀ ਹੈ ਕਿ ਤੁਸੀਂ ਹੋ ਸਕਦਾ ਹੈ ਕਿ ਥੋੜਾ ਪੈਸਾ ਘੱਟ ਕਮਾਓ, ਘੰਟਾ ਡੇਢ ਘੰਟਾ ਬਾਹਰ ਦੇ ਮੁਲਕਾਂ ਚ ਤੁਹਾਨੂੰ ਡਾਲਰ ਮਿਲਣੇ ਨਜਾ ਸਾਹਿਬ, ਬਿਲਕੁਲ। ਤੇ ਉਹ ਕਹਿੰਦੇ ਆ ਕਿ ਭਾਵੇਂ ਇਸ ਦੇ ਕਰਕੇ ਮੈਨੂੰ ਭਾਵੇਂ ਥੋੜਾ ਰਾਸ਼ਨ ਵੀ ਥੋੜਾ ਮੇਰੀ ਲਾਈਫ ਥੋੜੀ ਲਗਜ਼ਰੀ ਲਾਈਫ ਥੋੜੀ ਘੱਟ ਜੇ, ਤਨ ਦਾ ਸੁੱਖ ਘੱਟ ਜੇ ਨਜਾ ਸਾਹਿਬ। ਬਿਲਕੁਲ ਸਹੀ ਹੈ, ਘੱਟ ਜੇ ਤੇ ਕੋਈ ਨਹੀਂ। ਇਹੀ ਕਹਿੰਦੇ ਕਿ ਤਨ ਦਾ ਸੁੱਖ ਘੱਟ ਜੇ ਤੇ ਧਨ ਵੀ ਜਿਹੜਾ ਹੈਗਾ ਘੱਟ ਕਮਾ ਲਈਏ, ਪਰ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਪਰਮੇਸ਼ਰ ਨੂੰ ਜਿਹੜਾ ਧਿਆਨ ਕਰਨਾ ਨਾ ਛੱਡੀਏ। ਬਿਲਕੁਲ ਠੀਕ ਹੈ ਜੀ। ਹਾਂਜੀ ਅੱਗੇ ਚਲੀਏ। ਚਰਨ ਕਮਲ ਚਿੱਤ ਬੇਦਿਆ ਰਾਮੈ ਨਾਮ ਸਮਾਉ। ਕਹਿੰਦੇ ਮੇਰਾ ਚਿੱਤ ਜਿਹੜਾ ਚਰਨ ਕਮਲਾਂ ਦੇ ਵਿੱਚ ਵਿੰਨਿਆ ਰਹਿਣਾ ਚਾਹੀਦਾ ਹੈ, ਵਿਚਾਰ ਜਿਹੜੇ ਹੈਗੇ ਉਹ ਨਹੀਂ ਹੋਣੇ ਚਾਹੀਦੇ, ਤੇ ਤਾਂ ਜਿਹੜਾ ਹੈ ਰਾਮ ਦੇ ਨਾਮ ਦੇ ਦੁਆਰਾ ਜਿਹੜਾ ਹੈਗਾ ਉਸੇ ਵਿੱਚ ਹੀ ਸਮਾ ਜਾਂਦਾ ਹੈ ਇਨਸਾਨ, ਆਪਣੀ ਆਤਮਾ ਦੇ ਵਿੱਚ ਸੁਰਤ ਜਾ ਕੇ ਸਮਾ ਜਾਏਗੀ। ਇਹਨੂੰ ਕਹਿੰਦੇ ਆ ਮਾਲਕ ਪਰਮਾਤਮਾ ਨੂੰ ਪਾਉਣਾ, ਦਸਮ ਦੁਆਰ ਦਾ ਖੋਲ੍ਹਣਾ। ਤੇ ਅੱਗੇ ਕਬੀਰ ਜੀ ਕਹਿੰਦੇ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਹੁਣ ਦੇਖੋ ਇਹ ਧਿਆਨ ਸਿਮਰਨ ਜਿਹੜਾ ਹੈਗਾ ਪਹਿਲਾਂ ਇਸ ਤੋਂ ਆਇਆ ਵੀ ਰਾਮ ਨਾਮ ਨਾ ਛੱਡੀਏ, ਧਿਆਨ ਸਿਮਰਨ ਨਾ ਛੱਡੀਏ, ਤਨ ਦਨ ਜਾਏ ਤੇ ਸਮਾ ਜਾਂਦਾ ਇਨਸਾਨ। ਕਿਵੇਂ ਸਮਾ ਜਾਂਦਾ ਹੈ ਹੁਣ ਕਬੀਰ ਜੀ ਖੋਲ ਰਹੇ ਉਹਨੂੰ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਹੁਣ ਜੰਤ ਕੀ ਹੈ ਆਪਣੇ ਕੋਲ? ਆਪਣੀ ਆਤਮਾ ਤਾਂ ਅਮਰ ਹੈਗੀ, ਮਾਲਕ ਪਰਮਾਤਮਾ ਦਾ ਅੰਸ਼ ਹੈ, ਉਹਨੂੰ ਤਾਂ ਪ੍ਰਗਟ ਕਰਨਾ ਹੈ ਆਪਾਂ ਨੇ। ਜੰਤ ਹੈਗਾ ਸਰੀਰ ਆਪਣਾ। ਇਹ ਸਰੀਰ ਜਿਹੜਾ ਹੈਗਾ ਹੁਣ ਇਹਦੀਆਂ ਤਾਰਾਂ ਕਿੱਥੇ ਕਿੱਥੇ ਲੱਗੀਆਂ, ਸਰੀਰ ਕੀ ਵਜਾ ਰਿਹਾ ਹੈ। ਸਰੀਰ ਦੇਖ ਲਓ, ਜੀਭ ਦੇ ਸਵਾਦ ਹੈਗੇ, ਕੰਨਾਂ ਦੇ, ਅੱਖਾਂ ਦੇ, ਕਿੰਨੇ ਸਵਾਦ ਪਏ ਆ। ਸਾਰੇ ਸਵਾਦ ਜਿਹੜੇ ਹੈਗੇ ਭੋਗ ਵਿਲਾਸ ਇਹੀ ਤਾਰਾਂ ਵਜਾਈ ਜਾ ਰਿਹਾ ਬਾਰ-ਬਾਰ। ਕਹਿੰਦੇ ਭਗਤੀ ਦੇ ਨਾਲ ਜਿਹੜਾ ਹੈਗਾ ਜਿਹੜੀਆਂ ਤਾਰਾਂ ਮੈਂ ਵਜਾ ਰਿਹਾ ਸੀਗਾ, ਜੋ ਹਮ ਜੰਤ ਕਿਉਂ ਵਜਾ ਰਹੇ ਤਾਰਾਂ? ਕਿਉਂਕਿ ਆਪਣਾ ਮਨ ਆ, ਸਵਾਦ 'ਚ ਆਉਂਦਾ ਹੈ ਮਨ। ਸਰੀਰ ਦੇ ਨਾਲ ਮਨ ਜਿਹੜਾ ਸਰੀਰ ਦੀ ਜਿਹੜੀ ਹੈਗੀ ਉਹਦੇ ਨਾਲ ਜਿਹੜੇ ਹੈਗੇ ਪੰਜਾਂ ਤੱਤਾਂ ਦੀ ਖਿੱਚ ਹੈਗੀ ਆ। ਕਹਿੰਦੇ ਇਹ ਤਾਰਾਂ ਜਿਹੜੀਆਂ ਭਗਤੀ ਦੇ ਨਾਲ ਟੁੱਟ ਗਈਆਂ ਮੇਰੀਆਂ। ਜੋ ਹਮ ਕਬੀਰ ਜੋ ਹਮ ਜੰਤ ਕਹਿੰਦੇ ਜੰਤਰ ਜਿਹੜਾ ਬਾਜਾ ਮੈਂ ਵਜਾ ਰਿਹਾ ਸੀਗਾ ਉਹਦੀਆਂ ਤਾਰਾਂ ਟੁੱਟ ਗਈਆਂ, ਹੁਣ ਨਹੀਂ ਵੱਜ ਰਿਹਾ ਬਾਜਾ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਣ ਹਾਰ। ਕਹਿੰਦਾ ਜੰਤਰ ਹੁਣ ਕੀ ਕਰ ਸਕਦਾ ਹੈ ਇਕੱਲਾ? ਜਿਹੜਾ ਪਤੰਦਰ ਉਹਨੂੰ ਵਜਾ ਰਿਹਾ ਸੀਗਾ ਉਹੀ ਚਲਾ ਗਿਆ। ਉਹ ਮਨ ਜਿਹੜਾ ਹੈਗਾ, ਉਹ ਜਿਹੜਾ ਕਾਰਨ ਸਰੀਰ ਹੈਗਾ ਉਹੀ ਖਤਮ ਹੋ ਗਿਆ। ਕਹਿੰਦੇ ਇੱਥੇ ਤਾਂ ਸਿਰਫ ਜਿਹੜਾ ਹੈਗਾ ਆਤਮਾ ਹੀ ਆਤਮਾ ਨਜ਼ਰ ਆ ਰਹੀ ਹੈ ਭਾਈ। ਕਬੀਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਥੇ ਤਾਂ ਮੂਲ ਆ ਗਿਆ ਭਾਈ। ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਣ ਹਾਰ। ਬਜਾਉਣ ਵਾਲਾ ਹੀ ਗਾਇਬ ਹੋ ਗਿਆ ਭਾਈ। ਹਾਂਜੀ ਵੀਰ ਜੀ। ਹੁਣ ਠੀਕ ਹੈ ਜੀ। ਸਾਧ ਸੰਗਤ ਜੀ ਉੱਪਰ ਇੱਕ ਤੁਕ ਥੋੜੀ ਮੇਰੇ ਤੋਂ ਛੁੱਟ ਗਈ ਆ। ਕਹਿੰਦੇ ਚਰਨ ਕਮਲ ਚਿੱਤ ਬੇਦਿਆ ਰਾਮ ਨਾਮ ਮਾਉ। ਹੁਣ ਜਿੱਦਾਂ ਬੇਦੇ ਦਾ ਮਤਲਬ ਹੁੰਦਾ ਜਿੱਦਾਂ ਆਪਾਂ ਨੱਕ ਦੇ ਵਿੱਚ ਉਹ ਕੋਕਾ ਪਾਉਂਦੇ ਆ ਨਾ, ਲੇਡੀਜ਼ ਲੋਕ, ਤੇ ਨੱਕ ਨੂੰ ਵਿੰਨ ਦਿੰਦੇ ਆ, ਕੰਨ ਨੂੰ ਵੀ ਵਿੰਨ ਦਿੰਦੇ ਆ। ਹਾਂ ਕੰਨ ਵੀ ਵਿੰਨ ਦਿੰਦੇ। ਤੇ ਫਿਰ ਕੀ ਕਰਦੇ ਵਿੱਚ ਪਰਮਾਨੈਂਟ ਕੋਕਾ ਪਾਇਆ ਜਾਂਦਾ ਹੈ। ਵਿਦਿਆ ਗਿਆ ਮਤਲਬ ਆਰ ਪਾਰ ਹੋ ਗਿਆ। ਆਰ ਪਾਰ ਹੋ ਗਿਆ। ਇਸੇ ਤਰ੍ਹਾਂ ਹੀ ਹੁਣ ਕਹਿੰਦੇ ਚਰਨ ਕਮਲ। ਚਰਨਾਂ ਦੇ ਵਿੱਚ ਜਦੋਂ ਅਸੀਂ ਆਪਣਾ ਧਿਆਨ ਇਕਾਗਰ ਕਰਦੇ ਹਾਂ ਤੇ ਫਿਰ ਸਾਡਾ ਜਿਹੜਾ ਮਨ ਹੈ ਵਿਦਿਆ ਜਾਂਦਾ। ਫਿਰ ਉਹ ਕੀ ਹੋ ਗਿਆ? ਵਿਦਿਆ ਤੇ ਹੋ ਗਿਆ, ਕੀ ਹੋ ਗਿਆ? ਉਹ ਕੰਟਰੋਲ 'ਚ ਆ ਗਿਆ। ਹੁਣ ਉਹ ਇੱਧਰ ਉੱਧਰ ਨਹੀਂ ਭੱਜਦਾ। ਜਿੱਦਾਂ ਵੇਖੋ ਕਿ ਜਾਨਵਰ ਦੇ ਨਾਸਾਂ 'ਚੋਂ ਨਕੇਲ ਪਾਈ ਹੁੰਦੀ ਹੈ। ਬਿਲਕੁਲ। ਘੋੜਾ ਸਭ ਤੋਂ ਤਾਕਤਵਰ ਹੈ ਗੁਰਕੀ ਸਾਹਿਬ। ਦੇਖ ਲਓ ਕਿੰਨਾ ਜ਼ਬਰਦਸਤ ਹੈ, ਔਰ ਪੂਰਾ ਦਾ ਪੂਰਾ ਜਿਹੜਾ ਹੈਗਾ ਉਹ ਤਾਂ ਪੂਰਾ ਮਗਰ ਤੁਰਦਾ।
ਵੇਖ ਲਓ, ਕਹਿੰਦੇ ਘੋੜੇ 'ਚ 5 ਬੰਦਿਆਂ ਦੀ ਤਾਕਤ ਹੁੰਦੀ ਤੇ ਘੋੜਾ ਸਾਰੀ ਜ਼ਿੰਦਗੀ ਬਹਿੰਦਾ ਨਹੀਂ ਜੇ। ਹਾਂ, ਬਹਿੰਦਾ ਨਹੀਂ, ਘੋੜਾ ਬਹਿ ਗਿਆ ਤੇ ਕਹਿੰਦੇ ਖਤਮ ਹੋ ਗਿਆ, ਬਸ ਬਿਮਾਰ ਹੋ ਗਿਆ। ਬਿਲਕੁਲ। ਉਹਦਾ ਕ੍ਰੀਏਸ਼ਨ ਕਿੱਦਾਂ ਦਾ, ਕਿੱਦਾਂ ਜ਼ਬਰਦਸਤ ਚੀਜ਼ ਬਣਾਉਂਦਾ, ਬਹੁਤ ਕਮਾਲ। ਠੀਕ ਹੈ ਜੀ, ਅਗਲੀ ਤੁਕ ਵੇਖੋ। ਕਹਿੰਦੇ ਕਬੀਰ ਜੋ ਹਮ ਅਜੰਤ ਬਜਾਵਤੇ ਟੁੱਟ ਗਈ ਸਭ ਤਾਰ। ਜਿੱਥੇ ਟੁੱਟ ਗਈਆਂ ਤਾਰਾਂ ਕਿਹੜੀਆਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਜਿਹੜੀਆਂ ਆਪਾਂ ਹਰਦੇ ਨਹੀਂ, ਆਪਾਂ ਵਾਜੇ ਵਜਾਉਂਦੇ ਆ ਨਾ। ਬਿਲਕੁਲ, ਮੈਂ ਵੀ ਬਥੇਰੇ ਵਜਾਏ ਬਹੁਤ। ਬਿਲਕੁਲ। ਓਕੇ, ਹੁਣ ਟੁੱਟ ਗਈਆਂ, ਹੁਣ ਨਹੀਂ ਵੱਜਦਾ ਵਾਜਾ। ਤੋ ਜਦੋਂ ਵਾਜਾ ਨਹੀਂ ਵੱਜਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਇਹ ਸਭ ਦਾ ਤਿਆਗ ਹੋ ਗਿਆ, ਕਿਉਂਕਿ ਮਨ ਬੇਧਿਆ ਗਿਆ। ਆਤਮਾ ਨੇ ਜਦੋਂ ਮਨ ਦਾ ਬੇਧਣਾ, ਮਨ ਕੋਈ ਉੱਥੇ ਕੋਈ ਕੰਨ ਪੁੰਨ ਥੋੜੀ ਆ ਜਿਹਨੂੰ ਵੇਦਣਾ। ਜਦੋਂ ਤੁਸੀਂ ਨਿਰਵਿਚਾਰ ਹੋ ਗਏ ਤੇ ਆਤਮਾ ਨੂੰ ਤੁਸੀਂ ਅਨੁਭਵ ਕਰ ਲਿਆ, ਇਹੋ ਮਨ ਦਾ ਵੇਦਣਾ ਹੈ। ਬਿਲਕੁਲ ਬਿਲਕੁਲ ਠੀਕ ਹੈ। ਇਸ ਲਈ ਕਲੀਅਰ ਕਰਨਾ ਬੜਾ ਜ਼ਰੂਰੀ ਆ। ਪਤਾ ਨਹੀਂ ਫਿਰ ਬੰਦਾ ਹੋਰ ਹੀ ਨਾ ਆਪਣੇ ਕੋਲੋਂ ਮਤਲਬ ਕੱਢ ਲੇ। ਠੀਕ ਹੈ, ਕਹਿੰਦੇ ਜਦੋਂ ਉਹ ਮਨ ਵੇਧਿਆ ਗਿਆ ਤੇ ਫਿਰ ਕੀ ਹੁੰਦੀਆਂ? ਸਾਰੀਆਂ ਤਾਰਾਂ ਟੁੱਟ ਗਈਆਂ। ਬਿਲਕੁਲ। ਔਰ ਇੱਕ ਚੀਜ਼ ਹੋਰ ਗੌਰ ਕਿਤਾਬ ਬਈ, ਇਹ ਜੰਤ ਹੈਗਾ, ਹਾਲੇ ਜੰਤ ਬਿਲਕੁਲ ਵਧੀਆ ਹੈਗਾ, ਪਰ ਵਜਾਉਣ ਵਾਲਾ ਹੀ ਹੈ ਨਹੀਂ। ਹਾਂ, ਕਹਿਣ ਤੋਂ ਭਾਵ ਇੰਸਟਰੂਮੈਂਟ ਹੈਗਾ ਪਰ ਉਹਨੂੰ ਵਜਾਉਂਦਾ ਨਹੀਂ ਹੁਣ। ਕਿਉਂ ਨਹੀਂ ਵਜਾਉਂਦਾ? ਉਹ ਚਲਾ ਗਿਆ, ਉਹ ਤੇ ਬ੍ਰਹਮਲੀਨ ਹੋ ਗਿਆ। ਭਰਮ ਖਤਮ ਹੋ ਗਿਆ ਨਾ ਉਹਦਾ ਗਿਆਨ ਖਤਮ ਹੋ ਗਿਆ। ਅਗਿਆਨ ਖਤਮ ਹੋ ਗਿਆ ਤੇ ਮਤਲਬ ਦੇਖੋ, ਜਦੋਂ ਅਗਿਆਨ ਦੇ ਵਿੱਚ ਬੈਠੇ ਆ ਤੇ ਆਪਾਂ ਅਗਿਆਨੀ ਆ, ਔਰ ਜਦੋਂ ਆਤਮਾ 'ਚ ਬਹਿ ਗਏ ਤੇ ਆਪਾਂ ਬ੍ਰਹਮ ਗਿਆਨੀ ਆ। ਬਿਲਕੁਲ ਸਹੀ ਗੱਲ ਆ। ਔਰ ਇਹ ਜਿਹੜਾ ਕੰਮ ਕਰਨਾ ਹੈ ਆਪਾਂ ਨੇ, ਜਦ ਤੱਕ ਜੰਤਰ ਹੈਗਾ ਆਪਣੇ ਕੋਲ ਤਦ ਤੱਕ ਹੀ ਕਰ ਸਕਦੇ ਆ ਭਾਈ। ਇਹ ਜੰਤ ਇਹ ਸਰੀਰ ਹੈਗਾ ਤੇ ਤਦ ਤੱਕ ਹੀ ਹੋ ਸਕਦਾ ਹੈ। ਸਰੀਰ ਤਾਂ ਚਲੇ ਜਾਣਾ ਹੈ, ਇੱਕ ਬਾਜਾ ਖੋਹ ਲੈਣਾ ਮਾਲਕ ਨੇ। ਇਸ ਕਰਕੇ ਭਾਈ ਅਵੇਸਲੇ ਨਾ ਹੋਈਏ। ਹਾਂਜੀ ਵੀਰ ਜੀ। ਹਾਂਜੀ, ਜੇ ਤਾਰ ਤੂਰ ਤੋੜਨੀ ਤਾਂ ਨਹੀਂ ਤੋੜ, ਠੀਕ ਹੈ। ਨਹੀਂ ਤੋੜਨੀ ਹੈ ਤਾਂ ਕੋਈ ਗੱਲ ਨਹੀਂ। ਇੱਥੇ ਲੰਬੀ ਚੌੜੀ ਕਹਾਣੀ ਹੈ, ਸੂਰਜਾਂ ਦੀ, ਚੰਦਰਮਾ ਦੀ, ਬਹੁਤ ਉਮਰ ਲੰਮੀ ਹੈ। ਆਪਾਂ ਘੁੰਮ ਕੇ ਤੇ ਆਵਾਂਗੇ। ਠੀਕ ਹੈ ਜੀ। ਫਿਰ ਅਗਲੇ ਬੰਦੇ ਕੀ ਕਹਿ ਰਹੇ ਨੇ? ਅਗਲੀ ਤੋਂ ਕੋਲੋਂ ਨਹੀਂ ਚੱਲਦਾ। ਜੰਤ ਵਿਚਾਰਾ ਕਿਆ ਕਰੇ, ਚਲੇ ਬਜਾਵਣ ਹਾਰ। ਇਹ ਤਾਂ ਬਜਾਉਣ ਵਾਲਾ ਹੀ ਤੁਰ ਗਿਆ। ਅੱਗੇ ਆਇਆ ਕਬੀਰ, ਮਾਏ ਮੁੰਡੋਂ ਤਹਿ ਗੁਰੂ ਕੀ, ਜਾਤੇ ਭਰਮ ਨਾ ਜਾਏ। ਆਹ ਦੇਖ ਲਓ ਭਾਈ, ਹੁਣ ਜਿਹੜੇ ਬ੍ਰਹਮ ਗਿਆਨੀ ਜਾਂ ਜਿਹੜੇ ਮਹਾਂਪੁਰਖ, ਜਿਹੜੇ ਗੁਰੂ, ਕਹਿੰਦੇ ਇਹੋ ਜਿਹੇ ਗੁਰੂ ਜਿਹੜੇ ਦੁਨੀਆ ਦੇ ਵਿੱਚ ਹੈਗੇ ਆ, ਕਹਿੰਦੇ ਮੈਂ ਇਹਨਾਂ ਦੀ ਮਾਂ ਨੂੰ ਮੁੰਡ ਦੇਵਾਂ। ਮਾਂ ਨੂੰ ਮੁੰਡਣਾ ਕੀ ਆ? ਮਾਂ ਕੌਣ ਹੁੰਦੀ ਆ? ਮਾਂ ਗੁਰੂ ਦੀ ਜਿਹੜੀ ਜਨਮ ਦੇਣ ਵਾਲੀ ਨਹੀਂ ਆ। ਮਾਂ ਹੈਗੀ ਜਿਹੜੇ ਗੁਰੂ ਨੇ ਉਹਨੂੰ ਗਿਆਨ ਦਿੱਤਾ ਹੈ, ਉਹ ਆ ਉਹਦੀ ਮਾਂ, ਜਿਹਨੇ ਇਹੋ ਜਿਹਾ ਕੋਕਾ ਪੈਦਾ ਕੀਤਾ ਹੈ। ਮਾਂ ਉਹ ਹੈਗੀ ਉਹਦੀ। ਜਿਸ ਗੁਰੂ ਤੋਂ ਉਹ ਜਿਹੜਾ ਗਿਆਨ ਲੈ ਕੇ ਆਇਆ ਆ, ਤੇ ਮੈਨੂੰ ਜਿਹੜਾ ਹੈਗਾ, ਮੈਂ ਇਹਦੇ ਮਗਰ ਲੱਗ ਗਿਆ ਔਰ ਮੇਰਾ ਭਰਮ ਹੀ ਨਹੀਂ ਗਿਆ, ਤੇ ਮੈਂ ਤਾਂ ਇਹਨੂੰ ਨਹੀਂ, ਇਹਦੇ ਗੁਰੂ ਨੂੰ ਜਾ ਕੇ ਸੋਧੂੰਗਾ, ਜਿਹਨੇ ਇਹੋ ਜਿਹੇ ਗੁਰੂ ਪੈਦਾ ਕੀਤੇ। ਨਹੀਂ ਤਾਂ ਉਹਨੇ ਤਾਂ ਹੋਰ ਪੈਦਾ ਕਰੀ ਜਾਣੇ ਇਹੋ ਜਿਹੇ। ਕਫੀਰ ਮਾਏ ਮੁੰਡੋਂ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ। ਆਪ ਡੁੱਬੇ 4 ਵੇਦ ਮੈਂ, ਚੇਲੇ ਦੀਏ ਬਹਾਏ। ਇਹ ਤੇ 4 ਵੇਦ, ਹੁਣ ਹਿੰਦੂਆਂ ਦੀ ਗੱਲ ਥੋੜੀ ਨਾ ਹੋ ਰਹੀ ਹੈ 4 ਵੇਦਾਂ ਦੀ। ਉਹ ਕਹਿੰਦੇ ਆਪਣੇ ਗਿਆਨ ਦੇ ਵਿੱਚ ਆਪ ਤਾਂ ਡੁੱਬ ਗਿਆ, ਤੇ ਜਿਹੜੇ ਵਿਚਾਰੇ ਚੇਲੇ ਆ ਉਹ ਐਸੇ ਹੀ ਭੰਗ ਦੇ ਭਾਈ ਚਲੇ ਗਏ ਵਿਚਾਰੇ, ਉਹ ਨਾਲ ਊਂ ਜਿਹੜੇ ਹੈਗੇ ਰਗੜੇ ਗਏ। ਹਾਂਜੀ ਗੋਰਖੀ ਸਾਹਿਬ। ਹੁਣ ਸਾਧ ਸੰਗਤ ਜੀ ਵੇਖੋ ਕਿੰਨੀ ਨੁਕਤੇ ਦੀ ਗੱਲ। ਹੁਣ ਤੁਸੀਂ ਗਏ ਸਕੂਲ, ਸਵਾਲ ਆਇਆ ਔਖਾ, ਤੇ ਬੱਚਾ ਫਿਰ ਕਿਹਨੂੰ ਪੁੱਛਦਾ ਹੈ? ਟੀਚਰ ਨੂੰ ਪੁੱਛਦਾ। ਤੇ ਸਾਰਿਆਂ ਦਾ ਕੀ ਮਤਲਬ ਹੈ ਦੱਸੋ? ਹੁਣ ਜਿਹੜਾ ਟੀਚਰ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਸਾਹਮਿਆ ਉਹਨੂੰ ਸਹੀ ਤਰੀਕੇ ਨਾਲ ਸੁਲਝਾਇਆ ਜਾਵੇ। ਇਸ ਤਰੀਕੇ ਨਾਲ ਸੁਲਝਾ ਕੇ ਬੱਚੇ ਨੂੰ ਦੱਸਿਆ ਜਾਵੇ ਕਿ ਬੱਚੇ ਦੀ ਜਿੰਨੀ ਕੁ ਮੱਤ ਹੈਗੀ ਆ ਉਹਨੂੰ ਕੈਚ ਕਰ ਲੈ। ਪਰ ਜੇ ਟੀਚਰ ਉਸ ਸਵਾਲ ਦਾ ਹੱਲ ਨਾ ਕਰੇ ਔਰ ਕੁਛ ਗਲਤ ਸਵਾਲ ਦਾ ਜਵਾਬ ਦੇ ਦੇ, ਕੀ ਉਹ ਬੱਚਾ ਸੱਚੀ ਇੱਕ ਚੰਗਾ ਇਨਸਾਨ ਬਣ ਸਕਦਾ ਹੈ, ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕਦਾ ਹੈ? ਕਿਉਂਕਿ ਜਿਹੜੇ ਸਵਾਲ ਦਾ ਜਵਾਬ ਉਹਨੂੰ ਜਿਹੜੇ ਸਵਾਲਾਂ ਦੇ ਜਵਾਬ ਉਹਨੂੰ ਮਿਲਣੇ ਚਾਹੀਦੇ ਸਨ, ਉਹ ਜਵਾਬ ਤੇ ਮਿਲੇ ਹੀ ਨਹੀਂ ਉਹਨੂੰ ਨਾ। ਉਹ ਕਨਫਿਊਜ਼ਡ ਹੋ ਗਿਆ। ਹੁਣ ਜਦੋਂ ਕਨਫਿਊਜ਼ਡ ਹੋ ਗਿਆ ਤੇ ਫਿਰ ਕੀ ਕਹਿੰਦੇ ਆ?
ਇਹੋ ਜਿਹੇ ਟੀਚਰ ਜਿਹੜੇ ਹੈਗੇ ਨਾ ਸਕੂਲ 'ਚ ਰੱਖਣੇ ਨਹੀਂ ਚਾਹੀਦੇ, ਉਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਉਸ ਵੇਲੇ। ਇਸੇ ਤਰ੍ਹਾਂ ਕਹਿੰਦੇ ਕਿ ਅਗਲੀ ਤੁਕ ਖੋਲੋ ਨਹੀਂ ਜੈਸਾ आप डूबे चौ वेद में चेले दिए बहाए। ਫਿਰ ਉਹ ਆਪ ਵੀ ਡੁੱਬਿਆ, ਉਹਨੇ ਚੇਲੇ ਵੀ ਡੋਬਦੇ ਕਰੂਗਾ। ਬਿਲਕੁਲ। ਤੇ ਬਾਣੀ ਕਹਿੰਦੀ ਪੂਰਾਂ ਦੇ ਪੂਰ ਡੋਬ ਦਿੰਦੇ ਨੇ ਐਸੇ ਦੁਸ਼ਟ ਲੋਕ। ਬਿਲਕੁਲ। ਹੁਣ ਤਾਂ ਬਹੁਤ ਜ਼ਬਰਦਸਤ ਆ, ਲੱਖਾਂ ਦੇਖ ਲਓ, ਲੱਖਾਂ ਲੋਕੀ ਮਗਰ ਲੱਗੇ ਹੋਏ ਆ। ਉੱਥੋਂ ਭੇਡੀ ਗੱਲ ਆ। ਦੇਖੋ ਆਪ ਗੁਰਬਾਣੀ ਚ ਇੱਕ ਤੁਕ ਆਉਂਦੀ ਹੈ, ਬਾਰ-ਬਾਰ ਉਹ ਤੁਕ ਆਉਂਦੀ ਹੈ ਕਿ ਮੇਰੇ ਪਿਤਾ ਮੈਨੂੰ ਆਤਮ ਗਿਆਨ ਪ੍ਰਾਪਤ ਕਰਨ ਵਾਸਤੇ ਸੰਗਤ ਦੇ। ਆਪ ਕੀ ਸੋਚਦੇ, ਉਸ ਟਾਈਮ ਤੇ ਸੰਗਤ ਅਵੇਲੇਬਲ ਨਹੀਂ ਸੀ, ਬਹੁਤ ਸਨ, ਉਦੋਂ ਤਾਂ ਕੰਮ ਹੀ ਉਹ ਸੀ। ਆਸ਼ਰਮ ਸਨ ਬਹੁਤ ਸਾਰੇ, ਗੁਰੂਕੁਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਉਦੋਂ ਵੀ ਉਹ ਮੰਗ ਰਹੇ ਨੇ, ਕਹਿੰਦੇ ਸਾਨੂੰ ਗਿਆਨ ਕਰਾਉਣ ਵਾਸਤੇ ਸੰਗਤ ਚਾਹੀਦੀ ਹੈ, ਸਾਨੂੰ ਗਾਈਡੈਂਸ ਚਾਹੀਦੀ, ਕਿਉਂਕਿ ਗਿਆਨ ਨੂੰ ਪੜ੍ਹਨ ਵਾਸਤੇ ਵੀ ਤੇ ਗਿਆਨ ਚਾਹੀਦਾ। ਕੋਈ ਏਡੀ ਵੱਡੀ ਕਿਤਾਬ ਤੁਹਾਨੂੰ ਦੇ ਦਈਏ ਜਾਂ ਮੈਨੂੰ ਪੜ੍ਹਾ ਦਿਓ, ਉਹਨੂੰ ਸਮਝਣ ਵਾਸਤੇ ਵੀ ਤੇ ਮੇਰੀ ਕੈਪੈਸਿਟੀ ਚਾਹੀਦੀ ਹੈ ਨਾ। ਇਸੇ ਹੀ ਤਰ੍ਹਾਂ ਅਸਲੀ ਹੈ ਕਿ ਬੰਦਾ ਨਕਲੀ ਹੈ, ਇਹਦੇ ਵਿੱਚ ਫਰਕ ਕਰਨ ਦੇ ਲਈ ਵੀ ਬੁੱਧੀ ਚਾਹੀਦੀ ਹੈ। ਤੇ ਉਹ ਆਮ ਬੰਦੇ, ਸੰਸਾਰਿਕ ਬੰਦੇ ਕੋਲ ਨਹੀਂ ਹੁੰਦੀ। ਉਹ ਫਿਰ ਕੀ ਕਰਦਾ ਹੈ, ਉਹ ਇੱਕ ਵਿਚਾਰਾ ਇੱਕ ਜਸਟ ਪਿੱਛੇ ਭੀੜ ਦਾ ਹਿੱਸਾ ਬਣ ਜਾਂਦਾ। ਕਿੱਥੇ ਤੁਮ ਕਿਉਂ ਦੌੜੇ, ਕਹਿੰਦਾ ਤੁਮ ਦੌੜੇ ਤੇ ਹਮ ਵੀ ਦੌੜੇ। ਉਹ ਦੂਜਿਆਂ ਨੂੰ ਵਹਿੰਦਾ ਹੈ, ਉਹ ਕਿੱਥੇ ਜਾਂਦੇ ਆ, ਉਹ ਵਹਿੰਦੇ ਵੀ ਫਲਾਣੇ ਬਾਬੇ ਕੋ ਗਏ, ਕੋ ਢਿਮਕੇ ਕੋ ਗਏ, ਉੱਥੇ ਗਏ, ਇੱਥੇ ਗਏ, ਚਲੇ ਗਏ। ਹੁਣ ਉਹਨਾਂ ਦੇ ਪਿੱਛੇ ਲੱਗ ਕੇ ਉਹ ਗਲਤ ਜਗ੍ਹਾ ਤੇ ਚੱਲ ਜਾਂਦਾ। ਹੁਣ ਉਹ ਸ਼ਿਕਾਰੀ ਲੋਕ ਨੇ, ਉਹ ਤੇ ਆਪ ਵੀ ਡੁੱਬੇ। ਉਹ ਕਹਿੰਦੇ ਚਲ ਜਾਣ ਤੋਂ ਪਹਿਲਾਂ 10-20 ਨਾਲ ਹੋਰ ਵੀ ਲੈ ਜਾਈਏ। ਉਹ ਫਿਰ ਉਹਨਾਂ ਦੇ ਚੁੰਗਲ ਚ ਫਸ ਜਾਂਦਾ। ਉਹ ਫਿਰ ਐਸਾ ਉਹਨਾਂ ਨੂੰ ਗੱਦੀ ਗੇੜੇ ਪਾਉਂਦੇ ਆ, ਉਹ ਵਿਚਾਰੀ ਨੂੰ ਲੱਭਦੇ ਹੀ ਕੁਛ ਨਹੀਂ ਸਾਰਾ ਜੀਵਨ। ਫਿਰ ਉਹਦੇ ਗਲ ਚ ਨਾ ਇੱਕ ਰੱਸੀ ਪਾ ਦਿੰਦੇ ਨੇ, ਉਹਨੂੰ ਸੁਪੀਰੀਅਰ ਕੰਪਲੈਕਸ ਕਹਿੰਦੇ ਆਪਾਂ, ਕਿ ਤੂੰ ਬਸ ਗੁਰੂ ਵਾਲਾ ਬਣ ਗਿਆ। ਉਹ ਵਿਚਾਰਾ ਕਹਿੰਦਾ ਭਾਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਬਾਰੇ ਕੋਈ ਦੱਸੋ ਵਿਚਾਰ। ਉਹ ਕਹਿੰਦੇ ਇਹਦੇ ਬਾਰੇ ਨਾ ਗੱਲ ਕਰ, ਬਸ ਤੇਰੇ ਮੱਥੇ ਤੇ ਗੁਰੂ ਨੇ ਸਟੈਂਪ ਲਾਤੀ ਆ, ਹੁਣ ਤੂੰ 9 ਤੋਂ 11 ਹੋਏਗਾ, ਸਿੱਧਾ ਤੂੰ ਬ੍ਰਹਮ ਲੋਕ, ਪ੍ਰਮਾਤਮਾ ਲੋਕ, ਪਤਾ ਨੀ ਕਿਹੜਾ ਕਿਹੜਾ ਲੋਕ, ਕਿਤੇ ਕਿਤੇ ਕੀ ਬਣਾ ਛੱਡਿਆ, ਉੱਥੇ ਪਹੁੰਚਣਾ ਹੈ ਤੂੰ। ਉੱਥੇ ਕੋਈ ਨਹੀਂ ਜਾ ਸਕਦਾ। ਉੱਥੇ ਪਤਾ ਨੀ ਕਿਹੜੇ ਲੋਕ ਚ, ਪਤਾ ਨੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਵੀ ਉਰੇ ਬੈਠੇ ਆ, ਔਰ ਇਹਨਾਂ ਦਾ ਗੁਰੂ ਪਤਾ ਨੀ ਕਿੱਥੇ, ਸਭ ਤੋਂ ਅੱਗੇ ਵਿਸ਼ਨੂੰ, ਬ੍ਰਹਮਾ, ਸਾਰੇ ਇੱਕੋ ਇਹਨਾਂ ਦੀਆਂ ਗੱਪਾਂ, ਔਰ ਲੋਕੀ ਬਿਲੀਵ ਕਰਦੇ। ਉਹ ਭੋਲਿਓ, ਪਰਮਾਤਮਾ ਕੋਈ ਏਦਾਂ ਘਰ ਥੋੜੀ ਬਣਾ ਕੇ ਬੈਠਾ, ਕੋਈ ਚਰਨਜੀਤ ਦੇ ਕਮਰੇ ਆਵਾਂਗੂ ਕਿ ਇੱਕ ਕਮਰੇ ਚ ਉਹ ਬੈਠਾ, ਕਹਿੰਦੇ ਨਹੀਂ, ਗੁਰੂ ਨਾਨਕ ਪਾਤਸ਼ਾਹ ਵੀ ਉਰੇ ਬੈਠੇ ਆ, ਕ੍ਰਿਸ਼ਨ ਵੀ ਉਰੇ ਬੈਠੇ ਨੇ, ਇਹ ਹੋਰ ਅੱਗੇ ਨੇ, ਅੱਗੇ ਪਤਾ ਨੀ ਕਿੱਥੇ, ਅੱਗੇ ਨਰਕ ਬੈਠਾ, ਨਰਕ ਚ ਹੈਗੇ ਨੇ, ਠੀਕ ਹੈ, ਉੱਥੇ ਬੈਠੇ ਨੇ। ਤੇ ਉਹ ਏਦਾਂ ਦੀਆਂ ਗੱਪਾਂ, ਔਰ ਲੋਕੀ ਬਿਲੀਵ ਕਰਦੇ ਨੇ ਨਾ, ਠੀਕ ਹੈ, ਕਿਉਂਕਿ ਉਹ ਗਿਆਨ ਨਹੀਂ ਹੈਗਾ, ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ। ਗਿਆਨ ਦੀਆਂ ਅੱਖਾਂ ਕਿੱਥੋਂ ਮਿਲਣੀਆਂ ਨੇ? ਬਾਣੀ ਚ। ਬਾਣੀ ਨੂੰ ਪੜ੍ਹੋ, ਬਾਣੀ ਨੂੰ ਪੜ੍ਹੋ। ਜੇ ਥੋੜੀ ਜਿਹੀ ਬੁੱਧੀ ਰੱਖਦੇ ਜੋ, ਉੱਥੋਂ 100, 200, 300 ਦਾ ਟੀਕਾ ਲੈ ਆਓ। ਤੁਹਾਨੂੰ 2-4 ਵਾਰੀ ਪੜ੍ਹੋਗੇ, ਤੁਹਾਨੂੰ ਬਾਣੀ ਨੇ ਖੁਦ ਦੱਸ ਦੇਣਾ। ਬਾਣੀ ਖੁਦ ਬੋਲ ਪੈਂਦੀ ਹੈ, ਇੱਥੇ ਆ ਤੇ ਇੱਥੇ ਆ, ਇਹਦਾ ਮਤਲਬ। ਬਾਣੀ ਐਕਚੁਅਲੀ ਗੁਰਕੀ ਸਾਹਿਬ, ਬਾਣੀ ਜਿਹੜੀ ਹੈਗੀ, ਜੇ ਆਪਾਂ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦਈਏ ਨਾਲ ਨਾਲ, ਤੇ ਬਾਣੀ ਪੂਰੀ ਦੀ ਪੂਰੀ ਬੋਲ ਪੈਂਦੀ ਹੈ। ਬਸ ਆਹੀ ਗੱਲ ਬੋਲੇ। ਹਾਂ, ਬ੍ਰਹਮ ਗਿਆਨੀ ਦੀ ਬਾਣੀ ਤੇ ਸਾਡਾ ਮਾਰਗਦਰਸ਼ਨ ਕਰਨਾ ਹੈ। ਉਹ ਗ੍ਰੰਥ ਵੇਖੋ, ਉਹਨਾਂ ਵਿਚਾਰਿਆਂ ਨੇ ਤੇ ਆਪਣੇ ਨਾਂ ਤੱਕ ਨਹੀਂ ਲਿਖੇ। ਗੁਰੂ ਨਾਨਕ ਪਾਤਸ਼ਾਹ ਕਹੀ ਜਾਂਦੇ ਆ, ਆਪ ਜਸਟ ਦੇਖੋ ਕਿ ਕਿੰਨੀ ਨਿਮਰਤਾ ਉਹਨਾਂ ਚ, ਕਿ ਗੁਰੂ ਨੇ ਆਪਣਾ ਨਾਂ ਨਹੀਂ ਲਿਖਿਆ। ਵੇਲੋ ਭੁਗਤਾਂ ਦੀ ਬਾਣੀ, ਦੂਜੀ ਬਾਣੀ ਸਾਰਿਆਂ ਦੇ ਨਾਂ ਨਾਲ ਵਿਚਾਰੀ ਹੈ, ਪਰ ਗੁਰੂਆਂ ਨੇ ਆਪਣਾ ਨਾਂ ਨਹੀਂ ਲਿਖਿਆ। ਬਿਲਕੁਲ ਜੀ, ਬਹੁਤ ਵਧੀਆ। ਕਿੰਨੀ ਨਿਮਰਤਾ ਹੈ। ਹੁਣ ਮੇਰੇ ਵਰਗੇ ਨੂੰ ਕਹੋ, ਹਾਂ ਉੱਥੇ ਮੇਰੇ ਨੰਬਰ ਪਲੇਟ ਲੱਗਣ ਵਾਲੀ ਮਕਾਨ ਦੇ ਬਾਹਰ ਏਦਾਂ ਨਹੀਂ ਲੱਗੀ, ਪਰ ਲਾਉਣੀ ਜ਼ਰੂਰੀ ਆ, ਪਰ ਉਹਨਾਂ ਨੇ ਨਹੀਂ ਲਾਈ। ਉਹ ਕਹਿੰਦੇ ਆ ਲੋੜ ਨਹੀਂ। ਕਿਉਂ? ਜਿੰਨੇ ਜਾਣਨਾ ਹੈ, ਜਿਹਦਾ ਜਾਣਨਾ ਹੀ ਇੰਪੋਰਟੈਂਟ ਹੈ, ਉਹ ਪਰਮਾਤਮਾ, ਉਹ ਮੈਨੂੰ ਜਾਣਦਾ ਵਾ। ਸੰਸਾਰ ਦੀ ਵਡਿਆਈ ਮੈਨੂੰ ਨਹੀਂ ਚਾਹੀਦੀ, ਇਹ ਸੋਭਾ ਨਹੀਂ ਮੈਨੂੰ ਚਾਹੀਦੀ। ਜੀ ਸਾਹਿਬ, ਬਿਲਕੁਲ। ਉਹ ਕਹਿੰਦੇ ਕਿ ਜੇ ਪਰਮਾਤਮਾ ਹੈ, ਔਰ ਸਾਡਾ ਜੀਵਨ ਉਹਨੂੰ ਡੈਡੀਕੇਟਡ ਆ, ਉਹ ਜਾਣਦਾ ਫਿਨਿਸ਼। ਇਸ ਤੋਂ ਅੱਗੇ ਇਹ ਸੰਸਾਰੀ ਵਡਿਆਈ, ਆ ਸੰਸਾਰੀ ਲੋਕ ਮੈਨੂੰ ਜਾਣਨ, ਗੁੱਡਵਿਲ ਕਰਨ, 40-50 ਬੰਦੇ ਮੇਰੇ ਪਿੱਛੇ ਤੁਰ ਫਿਰਨ, 20-25 ਅੱਗੇ ਲੱਗੇ ਫਿਰਨ, ਉਹ ਕਹਿੰਦੇ ਉਹ ਨਹੀਂ, ਇਹ ਚੀਜ਼ ਨਹੀਂ, ਇਹ ਸਾਡੇ ਲਈ ਬਹੁਤ ਹੀ ਇੰਪੋਰਟੈਂਟ।
ਪਰ ਜਿੰਨੇ ਜਾਣਨਾ, ਪਰ ਜਿਹਦਾ ਜਾਣਨਾ ਹੀ ਵੈਲਿਡ ਹੈ ਉਹ ਪ੍ਰਮਾਤਮਾ ਹੈ। ਜਿੰਨੇ ਮੇਰੇ ਜਿਹੜੇ ਸਵਾਲ ਹੈ ਨਾ ਮੈਂ ਹੱਲ ਕੀਤੇ ਆ, ਤੁਸੀਂ ਹੱਲ ਕੀਤਾ ਹੋਣਾ ਸਾਧ ਸੰਗਤ ਜੀ। ਤੁਸੀਂ ਸਵਾਲ ਹੱਲ ਕਰਨੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਜਿਹੜਾ ਹੱਲ ਹੋ ਗਿਆ ਨਾ, ਟਿਕ ਮਾਰਕ ਕਰਿਆ ਕਰੋ, ਕਮ ਸੇ ਕਮ ਪਤਾ ਤੇ ਲੱਗੇ ਨਾ ਤੁਹਾਨੂੰ ਤੁਸੀਂ ਕਿੱਥੇ ਕੁ ਪਹੁੰਚ ਗਏ। ਦੇਖੋ ਛੋਟੇ ਪੇਪਰ ਆਉਂਦੇ ਨੇ, ਛੋਟੇ ਪੇਪਰ, ਕੱਚੇ ਪੇਪਰ ਜਿਹਨੂੰ ਕਹਿੰਦੇ ਆਪਾਂ, ਬੱਚਿਆਂ ਨੂੰ ਕੱਚੇ ਪੇਪਰ। ਹੁਣ ਕਮਲ ਦਾ ਕੱਚਾ ਪੇਪਰ ਚੱਲਣ ਡਿਆ, ਹਰਮਨ ਦਾ ਵੀ ਹੁੰਦਾ। ਉੱਥੋਂ ਸਾਡੀ ਕਪੈਸਿਟੀ ਦਾ ਬੱਚਿਆਂ ਦੀ ਪਤਾ ਲੱਗਦਾ ਕਿ ਸਾਡਾ ਬੱਚਾ ਕਿਸ ਲੈਵਲ ਤੇ ਬੈਠਾ। ਠੀਕ ਹੈ ਜੀ ਸਾਹਿਬ, ਕਿੱਧਰ ਸੁਧਾਰ ਦੀ ਲੋੜ ਆ, ਕਿੱਥੇ ਲੋੜ ਹੈ। ਠੀਕ ਹੈ, ਇਹ ਥਿਊਰੀ ਚ ਕਮਜ਼ੋਰ ਆ ਜਾਂ ਪ੍ਰੈਕਟੀਕਲ ਚ ਕਮਜ਼ੋਰ ਆ, ਕਿੱਥੇ ਕਮਜ਼ੋਰ ਹੈ। ਜਿੱਥੋਂ ਕਮਜ਼ੋਰ ਹੈ ਉਹ ਫਿਰ ਪੇਪਰ ਕੀ ਕਰਦੇ ਉਹ ਸਾਡੇ ਸਾਹਮਣੇ ਦਿੰਦੇ ਵੀ ਬੱਚੇ ਤੋਂ ਇੱਥੇ ਤੇ ਗਲਤੀ। ਸਾਈਨ ਕਰਾ ਕੇ ਲਿਆ ਆਪਣੇ ਮਾਂ ਪਿਓ ਤੋਂ ਸਾਈਨ ਕਰਾ ਤੇ ਇੱਥੇ ਪੁੱਤ ਮਿਹਨਤ ਕਰ, ਤੈਨੂੰ ਲੋੜ ਹੈ। ਜਿੱਦਾਂ ਹੁਣ ਤੁਸੀਂ ਵੇਖੋ ਮੇਰੇ ਵਰਗੇ ਨੇ ਜਿਮ ਕੀਤਾ ਹੋਵੇ ਤੇ ਇਕੱਲੇ ਡੋਲੇ ਬਣੇ ਹੋਣ, ਲੱਤਾਂ ਪਤਲੀਆਂ ਹੋਣ ਤੇ ਉਹ ਕਹਿੰਦੇ ਫੋਟੋ ਖਿੱਚ ਕੇ ਤੇ ਆਪਣੀ ਲੱਤਾਂ ਵੇਖ ਲਾ। ਤੈਨੂੰ ਜਿਹੜਾ ਕੰਮ ਹੈ ਬਰਾਬਰ ਕਰਨਾ ਚਾਹੀਦਾ, ਤਾਂ ਹੀ ਉਹ ਤੇ ਨਿਜਸਾ ਪ੍ਰੋਪਰ ਚੀਜ਼ ਬਣੂਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਘਰ ਤੋਂ ਹੀ ਬਣਾਓ ਤੇ ਕੱਲਾ ਰਸੋਈ ਤੇ ਜ਼ੋਰ ਲਾਈ ਜਾਓ। ਉਹ ਮੈਡਮ ਕਾ ਵੀ ਰਸੋਈ ਬੜੀ ਵਧੀਆ, ਬੈਡਰੂਮ ਵੀ ਉਹਦਾ ਟੁੱਟਾ ਭੱਜਾ ਰਿਹਾ, ਜੇ ਬਾਥਰੂਮ ਨਾ ਸਹੀ ਬਣਨ ਤੇ ਰਸੋਈ ਦਾ ਕੀ ਕਰੋਗੇ। ਤੇ ਇਸ ਕਰਕੇ ਪੈਸੇ ਦੀ ਡਿਵਾਈਡੇਸ਼ਨ ਆ ਉਹ ਪ੍ਰੋਪਰਲੀ ਕਰਨੀ ਆ। ਇਸੇ ਹੀ ਤਰ੍ਹਾਂ ਸਵਾਸ ਹੈਗੇ ਨੇ, ਸਵਾਸਾਂ ਨੂੰ ਪ੍ਰੋਪਰਲੀ ਡਿਵਾਈਡ ਕਰੋ ਜਿੱਥੇ ਵੀ ਕਰਨਾ ਹੈ। ਔਰ ਤੁਹਾਨੂੰ ਪਤਾ ਹੈ ਕਿੱਥੇ ਕਰਨਾ ਹੈ, ਜੇ ਬੱਚੇ ਥੋੜੀ ਹੈਗੇ ਹੋ, ਸਭ ਪਤਾ ਹੈ ਤੁਹਾਨੂੰ। ਇਸ ਕਰਕੇ ਉਹਨੂੰ ਬਰਾਬਰ ਡਿਵਾਈਡ ਕਰੋ ਔਰ ਜਿੱਥੇ ਲੋੜ ਹੈ ਇੰਪਰੂਵਮੈਂਟ ਦੀ ਉੱਥੇ ਇੰਪਰੂਵਮੈਂਟ ਕਰੋ। ਇੰਪਰੂਵਮੈਂਟ ਦਾ ਮਤਲਬ ਕੱਚੇ ਪੇਪਰ, ਕੱਚੇ ਪੇਪਰ ਦਾ ਮਤਲਬ ਥੋੜੀ ਗਲਤੀਆਂ ਹੋ ਗਈਆਂ ਨੇ, ਸੁਧਾਰੋ। ਬਿਲਕੁਲ ਸੈਕੰਡ ਟਾਈਮ ਫਿਰ ਖੱਡੇ ਨੂੰ ਤਿਆਰੀ ਕਰਕੇ ਬਹੁ। ਹੁਣ ਖੱਡੇ ਚ ਵੱਜਣੀ ਨਹੀਂ ਗੱਡੀ, ਵੱਜੂਗੀ ਪਰ ਥੋੜੀ ਜਿਹੀ ਤਰੀਕੇ ਨਾਲ ਵੱਜੂਗੀ। ਔਰ ਉਹਦਾ ਕੀ ਤਰੀਕਾ ਹੈ, ਆਪਣੇ ਸ਼ਬਦ ਜਿਹੜੇ ਨਾ ਉਹਨੇ ਜੋ ਸਭਿਆ ਭਾਸ਼ਾ ਵਰਤਿਆ ਕਰੋ, ਚੰਗੀ ਭਾਸ਼ਾ। ਐਵੇਂ ਆਊਟ ਆਫ ਕੰਟਰੋਲ ਨਹੀਂ ਹੋ ਜਾਈਦਾ। ਐਵੇਂ ਮੁੜ ਕੇ AK-47 ਇੱਧਰ ਚਲਾਤੀ ਉੱਧਰ ਚਲਾਤੀ, ਅੱਗੇ ਪਿੱਛੇ ਗੋਲੀਆਂ ਕਰਤੀਆਂ, ਮੁੜ ਕੇ ਅੱਧੇ ਘੰਟੇ ਬਾਅਦ ਫਿਰ ਜਗ੍ਹਾ ਤੇ ਬਣ ਗਿਆ, ਸ਼ਾਂਤ ਹੋ ਕੇ ਬਹਿੰਦਾ ਕੀ ਮੈਂ ਬੋਲਦਾ। ਅੱਧੇ ਘੰਟੇ ਬਾਅਦ ਫਿਰ ਜਿਹੜਾ ਮਾਫੀਆਂ ਮੰਗਣ ਸ਼ੁਰੂ ਕਰਤੀਆਂ ਫਿਰ ਜੱਗਾ ਡਾਕੂ ਗਿਆ। ਉਹ ਜੱਗਾ ਡਾਕੂ ਤੇ ਰਾਤ ਦਾ ਨਿਕਲ ਗਿਆ ਸ਼ੇਰ। ਉਹ ਜਿੱਦਾਂ ਮਰਾਸੀ ਨੇ ਕਿਤੇ ਪੈਗ ਲਾਈ 2-3, ਉਹ ਕਿਤੇ ਮਹਾਰਾਜ ਜੀ ਨੂੰ ਕਹਿੰਦੇ ਓਏ ਅੰਨਿਆ ਓਏ ਆ ਝੋਟੇ ਦਾ ਕੀ ਲੈਣਾ। ਉਹ ਕਹਿੰਦਾ ਮਰਾਸੀ ਹੈਗਾ, ਇਹਨੇ ਦਿੱਤੀ ਆ, ਇਹਨੂੰ ਕੁਛ ਨਹੀਂ ਕਹਿਣਾ। ਵੇਖੋ ਰਾਜੇ ਦੀ ਸੋਚ। ਕਹਿੰਦਾ ਤਾੜੋ ਨੂੰ ਜੇਲ੍ਹ ਦੇ ਅੰਦਰ, ਫਿਰ ਦਿਨੇ ਸੱਦਿਆ। ਉਹ ਇੱਧਰ ਆ ਵੀ ਆਪਾਂ ਕਾਰੋਬਾਰ ਕਰ ਲਈ, ਜਿਹੜਾ ਵਪਾਰ ਕਰਨਾ ਸੀ। ਉਹ ਕਹਿੰਦਾ ਕਿਹੜਾ ਵਪਾਰ। ਉਹ ਕਹਿੰਦਾ ਰਾਤੀ ਦੁੱਧ ਕਹਿੰਦੇ ਆ ਕੀ ਇੱਥੇ। ਉਹ ਕਹਿੰਦਾ ਮਹਾਰਾਜ ਰਾਤ ਦੇ ਵਪਾਰੀ ਤੇ ਰਾਤ ਦੇ ਹੀ ਉਹ ਤੇ ਚੱਲ ਗਏ। ਹੁਣ ਤੇ ਇੱਕ ਗਰੀਬ ਜਿਹਾ ਮਰਾਸੀ ਖਲੋਤਾ ਵਾ, ਦੱਸੋ। ਸੋ ਕਹਿਣ ਤੋਂ ਭਾਵ ਇਹ ਆ ਕਿ ਆਪਾਂ ਵੀ ਕੋਈ ਏਦਾਂ ਦੀਆਂ ਗੱਲਾਂ ਕਰ ਜਾਂਦੇ ਆ, ਉਦੋਂ ਫਿਰ ਅਗਲੇ ਦੇ ਝੋਟੇ ਨੂੰ ਅਗਲੇ ਦੇ ਹਾਥੀ ਨੂੰ ਆਪਾਂ ਝੋਟਾ ਕਹਿੰਦੇ ਆ। ਕਹਿਣ ਤੋਂ ਭਾਵ ਆ ਕਿ ਇੱਥੇ ਹਾਥੀ ਨੂੰ ਝੋਟਾ ਕਹਿਣ ਤੋਂ ਮਤਲਬ ਮੰਨ ਲਓ 100% ਗਲਤੀ ਉਹਦੀ ਆ, ਏਦਾਂ ਨਹੀਂ ਹੁੰਦਾ। 90% ਉਹਦੀ ਗਲਤੀ ਆ, 10% ਸਾਡਾ ਵੀ ਕਸੂਰ ਹੁੰਦਾ ਉਸ ਲੜਾਈ। ਨਜਰ ਸਾਹਿਬ ਇੰਨਾ ਕੁ ਹੁੰਦਾ ਕਿ ਨਹੀਂ? ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ। ਪਰ ਹੈ ਤੀਲੀ ਵਾਲਾ ਕੰਮ ਹੀ ਉਹ। ਨਹੀਂ ਚਲੋ ਗੋਰਖੀ ਸਾਹਿਬ, ਮੈਂ ਕਹਿੰਦਾ ਚਲੋ ਤੁਸੀਂ 100% ਅਗਲੇ ਦਾ ਲਾ ਦਿਓ, ਪਰ ਜਿਹੜਾ ਹੈਗਾ ਉਹ ਅੱਗ ਜਿਹੜੀ ਨਾ ਲੱਗੇ। ਆਪਾਂ ਆਪਣੇ ਕੋਲ ਸੀਗੀ ਤੀਲੀ, ਤਾਂ ਆਪਣੇ ਕੋਲ ਸੀਗੀ, ਆਪਾਂ ਨਾ ਜਵਾਬ ਦਿੰਦੇ ਤੇ ਉਹ ਅੱਗ ਨਹੀਂ ਲੱਗਣੀ ਸੀ। ਉਹ ਤੀਲੀ ਤੇ ਛੁੱਟੀ ਨਹੀਂ ਤੇ ਧਮਾਕਾ ਪਿਆ ਨਹੀਂ। ਬਸ ਉਹੀ ਗੱਲ ਹੈ, ਉਹ ਤੀਲੀ ਸਾਡੇ ਕੋਲ ਹੁੰਦੀ ਆ, ਆਪਾਂ ਸੁੱਟਦੇ ਆ, ਮੁੜ ਕੇ ਕਹੀਏ ਸਾਨੂੰ ਪਤਾ ਨਹੀਂ ਲੱਗਾ। ਏਦਾਂ ਤੇ ਹੁੰਦਾ ਨੀ। ਉਹ ਤੀਲੀ ਤੋਂ ਲਾਈਟਰ ਆਪ ਜਾਓ ਓਦਾਂ ਕਰੋ, ਗੈਸ ਨੂੰ ਔਨ ਕਰ ਦੋ, ਆਪਣੇ ਆਪ ਅੱਗ ਲੱਗੂਗੀ? ਉਹਨੂੰ ਨਹੀਂ ਲੱਗੂਗੀ। ਜਿੰਨਾ ਚਿਰ ਤੱਕ ਸੱਜਣਾ ਤੂੰ ਲਾਈਟਰ ਤੇ ਉਂਗਲੀ ਨਹੀਂ ਮਾਰਦਾ ਉਹ ਨਹੀਂ ਲੱਗਣੀ ਅੱਗ। ਇਹੋ ਤੇ ਗੱਲ ਆ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਲਾਈਟਰ ਦਾ ਕੰਮ ਕਦੇ ਨਾ ਕਰਿਆ ਕਰੋ। ਠੀਕ ਹੈ ਜੀ। ਇਸ ਲਈ ਲਫ਼ਜ਼ ਬੜੇ ਜ਼ਰੂਰੀ ਨੇ। ਬੜੇ ਸੋਹਣੇ ਤੇ ਸਾਫ਼ ਸੁਥਰੇ ਲਫ਼ਜ਼ਾਂ ਨਾਲ ਗੱਲ ਕਰੋ। ਅਗਲੇ ਨਾਲ ਕਮਿਊਨੀਕੇਟ ਕਰੋ, ਅਗਲੇ ਨਾਲ ਡਿਸਕਸ ਕਰੋ। ਬਈ ਆਹ ਪੁਆਇੰਟ ਹੈਗੇ ਆ, ਤੁਸੀਂ ਸਹੀ ਜੋ, ਇੱਥੇ ਇੱਕ ਦਾ ਪੁਆਇੰਟ ਮੇਰਾ ਵੀ ਸਹੀ ਹੈ, ਫਿਰ ਗੱਲ ਬਣਦੀ ਹੈ ਨਾ। ਕਹਿੰਦਾ ਇੱਕ ਨੇ ਕਹੀ ਦੂਜੇ ਨੇ ਮਾਨੀ ਤੇ ਦੋਨੋਂ ਬ੍ਰਹਮ ਗਿਆਨੀ। ਠੀਕ ਹੈ ਨਾ। ਜੇ ਕਥਾ ਤੇ ਆ ਜਾਈਏ ਫਿਰ ਟੌਪਿਕ ਆਊਟ ਹੋ ਜਾਂਦਾ ਕਦੇ। ਨਹੀਂ ਕੋਈ ਕੀ ਕਰੀਏ, ਗੱਲਾਂ ਵਧੀਆ ਹੈਗੀਆਂ ਜੀ। ਇਹ ਜੀਵਨ ਜਾਂਚ ਹੈਗੀ ਆ, ਇਹਦੇ ਨਾਲ ਹੀ ਜੀਵਨ ਬਣਦਾ ਹੈ। ਤੇ ਔਰ ਕਰਕੇ ਵੇਖਿਓ ਤੁਸੀਂ ਕਿੰਨੇ ਸੁਖੀ ਹੋ ਜਾਓ। ਹਾਂ, ਤੁਸੀਂ ਮੈਡਮ ਦੀ ਨਾ ਤਾਰੀਫ ਕਰੋ। ਹੁਣੀ ਮੈਡਮ ਨੇ ਦਾਲ ਬਣਾਈ, ਵਿਚਾਰੀ 1.5-2 ਘੰਟੇ ਤੇ ਰੋਟੀ ਬਣਾਉਂਦੀ ਹੈ। ਮੈਂ ਮਾੜਾ ਜਿਹਾ ਕਹਿਤਾ ਕਿ ਦਾਲ ਬਹੁਤ ਸਵਾਦ ਹੈ,
ਅੱਜ ਅਚਾਰ ਦੀ ਲੋੜ ਨਹੀਂ, ਖੁਸ਼ ਹੋ ਗਈ, ਉਹਦੀ ਆਤਮਾ ਤ੍ਰਿਪਤ ਹੋ ਗਈ। ਉਹ ਕਈ ਵਾਰੀ ਲਫ਼ਜ਼ ਹੁੰਦੇ ਨੇ, ਉਹ 2-4 ਲਫ਼ਜ਼ ਬੋਲੇ ਹੀ ਅਗਲਾ ਐ ਫੁੱਲ ਵਾਂਗੂ ਖਿੜ ਜਾਂਦਾ ਹੈ। ਉਹ ਡੈਡੀ ਤੇ ਕਹਿੰਦਾ ਹੁੰਦਾ ਆ ਮੰਮੀ ਨੂੰ ਮੰਮੀ ਲਾਗੇ ਬੇਟੀ ਕਿੱਦਾਂ ਸੌਂਦੀ, ਹੀਰੋ ਇੱਧਰ ਆ, ਬਹੁਤ ਵਧੀਆ, ਬਹੁਤ ਆ ਸ਼ਾਬਾਸ਼, ਥੱਕ ਗਈ ਹੈ ਬਹਿ ਜਾ, ਖਾ ਲੈ ਲਾ। ਕੁਛ ਨਹੀਂ ਦਿੱਤਾ ਉਹ ਬੰਦੇ, ਕੇਵਲ 4 ਲਫ਼ਜ਼ ਬੋਲੇ। ਅਗਲਾ ਬੰਦਾ ਜਿੰਨਾ ਮਰਜ਼ੀ ਥੱਕਿਆ ਹੋਵੇ ਦੀ ਥਕਾਵਟ ਦੂਰ ਹੋ ਜਾਂਦੀ ਹੈ। ਤੇ ਜੈਸਾ ਬਿਲਕੁਲ, ਜਦੋਂ ਅਗਲੇ ਦੇ ਕੰਮ ਨੂੰ ਆਪਾਂ ਐਪਰੀਸ਼ੀਏਟ ਕਰਾਂਗੇ, ਤੇ ਜਦੋਂ ਕਵਾਂਗੇ ਕਿ ਤੇਰੇ ਵਰਗਾ ਦੁਨੀਆ ਤੇ ਨਕਮਾ ਕੋਈ ਬੰਦਾ ਨਹੀਂ ਹੈ, ਤੈਨੂੰ ਅਕਲ ਕੋਈ ਨਹੀਂ, ਇੱਕ ਅਗਲਾ ਜ਼ੋਰ ਲਾਉਂਦੇ ਆ ਉਤੋਂ ਤੁਸੀਂ ਨੈਗੇਟਿਵਿਟੀ ਸੁੱਟੀ ਜਾਓ, ਤੇ ਕਿਹੜਾ ਚਾਹੁੰਦਾ? ਇਸ ਕਰਕੇ ਜੋ ਵੀ ਅਗਲਾ ਕੰਮ ਕਰਦਾ ਹੈ, ਚਾਹ ਬਣਾਈ ਆ, ਕੁਛ ਵੀ ਕਰ ਰਿਹਾ, ਘਰ ਨੂੰ ਸਾਂਭ ਰਿਹਾ, ਯਾਰ ਕੁਛ ਵੀ ਕੰਮ, ਜੇ ਬੰਦਾ ਬਾਹਰੋਂ ਕੰਮ ਕਰਕੇ ਆਇਆ, ਜੇ ਕੋਈ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਕਹੋ ਕਿ ਤੂੰ ਯਾਰ ਕੁਝ ਕਰ ਰਿਹਾ ਸਾਡੇ ਲਈ। ਔਰ ਤੁਹਾਡੇ ਦੁਆਰਾ ਬੋਲੇ ਗਏ ਲਫ਼ਜ਼ ਭਾਵੇਂ ਦੁਨੀਆ ਨੂੰ ਸਲੂਟ ਮਾਰਦੀ ਹੈ, ਪਰ ਤੁਹਾਡੇ 2 ਲਫ਼ਜ਼ ਉਹ ਇਨਸਾਨ ਵੇਟ ਕਰ ਰਿਹਾ ਤੁਹਾਡੇ ਮੂੰਹ ਚੋਂ। ਪਰ ਦੁਰਫਿੱਟੇ ਮੂੰਹ ਬੰਦੇ ਦੇ 1 ਲਫ਼ਜ਼ ਨਹੀਂ ਬੋਲਦਾ, ਨਹੀਂ ਜੈਸਾ 2 ਬੋਲਣ ਦੀ ਜਗ੍ਹਾ। ਬਿਲਕੁਲ, ਇਹ ਤੇ ਕਹਿੰਦਾ ਕਿ ਤੂੰ ਦੇਣਾ ਵਾ ਸਾਡਾ, ਤੂੰ ਜਿਹਦਾ ਕਿ ਤੂੰ ਸਾਡਾ ਕੋਈ ਕਰਜ਼ਾਈ ਹੈਗਾ ਵਾ। ਉਹ ਕਹਿੰਦਾ ਭਾਈ ਮੈਂ ਬਾਹਰ ਤੁਰਿਆ ਫਿਰਦਾ, ਉਹ ਕਹਿੰਦੇ ਨਾ ਤੂੰ ਸਗੋਂ ਤੇਰੇ ਘਰ ਆ ਕੇ ਹੀ ਤੇ ਦੁਖੀ ਹੋ ਗਏ ਆ, ਸਾਨੂੰ ਤੇ ਰਿਸ਼ਤੇ ਬੜੇ ਬੜੇ ਵਧੀਆ ਹੁੰਦੇ। ਨੱਜਾ ਸਾਹਿਬ ਦੇਖ ਲਓ, ਇਹ ਗੱਲਾਂ ਸੱਚ ਨੇ। ਉਹ ਕਹਿੰਦੇ ਕਿ ਬੜੀ ਮੇਰੀ ਸਾਡੇ ਘਰ ਤੇ ਬੜਾ ਗੱਲਬਾਤ ਸੀ। ਔਰ ਰਾਮ ਜੀ ਤੁਹਾਡਾ ਮਾਈਕ ਔਨ ਹੋ ਗਿਆ? ਇੱਕ ਮਿੰਟ ਜੀ। ਤੇ ਫਿਰ ਉੱਥੇ ਵੈਸੇ ਗੱਲ ਫਿਰ ਆਊਟ ਹੋ ਜਾਂਦੀ। ਮੈਂ ਕੀ ਕਰਾਂ, ਜਦੋਂ ਬੰਦਾ ਬੋਲਦਾ ਹੈ ਨਾ, ਉਹ એનર્ਜੀ ਬੋਲੀ ਜਾਂਦੀ। ਫਿਰ ਉੱਥੋਂ ਆਪਾਂ ਕਹਿੰਦੇ ਆ ਕਿ ਮੇਰੇ ਵਰਗਾ ਤੇ ਰਾਂਝਾ ਹੀ ਕੋਈ ਨਹੀਂ ਸੀ ਧਰਤੀ ਤੇ। ਨੱਜਾ ਸਾਹਿਬ ਤੇ ਕੁੜੀ ਕਹਿੰਦੀ ਮੇਰੇ ਵਰਗੀ ਹੀਰ ਕੋਈ ਨਹੀਂ। ਬੰਦਾ ਪੁੱਛੇ ਜੇ ਤੂੰ ਇੰਨੇ ਇੰਪੋਰਟੈਂਟ ਸੀ, ਐਡੇ ਵੱਡੀਆਂ ਗੱਲਾਂ ਸੀ, ਤੇ ਫਿਰ ਤੁਹਾਨੂੰ ਕੀ ਲੋੜ ਪਈ ਇੱਥੇ ਆਉਣ ਦੀ, ਕਿਤੇ ਹੋਰ ਚੱਲ ਜਾਂਦੇ। ਪਰ ਜੇ ਹੁਣ ਤੁਸੀਂ ਆ ਗਏ ਤਾਂ ਕਮ ਸੇ ਕਮ ਉਹਦੀ ਰਿਸਪੈਕਟ ਕਰੋ, ਕਿਉਂਕਿ ਹੁਣ 40 ਸਾਲ ਤੇ ਹੋ ਗਏ ਆ, ਬਾਕੀ ਕੀ ਰਹਿ ਗਿਆ? ਨੱਜਾ ਸਾਹਿਬ ਹਾਂ ਬਿਲਕੁਲ ਸਹੀ ਗੱਲ ਹੈ। ਹੁਣ ਕਮ ਸੇ ਕਮ ਹੁਣ ਤੇ ਜ਼ਿਆਦਾ ਜਾਣ ਔਖੀ ਤੇ ਛੱਡ ਕੇ ਚੱਲ ਜਾਓ, ਜਾਣਾ ਵੀ ਨਹੀਂ। ਜੇ ਇਹਨਾਂ ਡਿਸੀਜਨ ਲੈਣਾ ਹੈ ਵੱਡਾ ਲੈ ਲਓ, ਪਰ ਨਹੀਂ ਉਹ ਵੀ ਨਹੀਂ ਕਰਨਾ। ਪਰ ਕਈ ਬੰਦੇ ਏਦਾਂ ਕਰਦੇ, ਪਰ ਜਿਨ੍ਹਾਂ ਨੂੰ ਮੈਂ ਕਹਿ ਦਿੱਤਾ ਉਹ ਸਮਝਣ। ਇਹ ਚ ਮੈਂ ਵੀ ਆ ਜਾਂਦਾ, ਕੋਈ ਕਥਾ ਚੱਲ ਰਹੀ ਹੈ, ਇਹਦੇ ਚ ਕੋਈ ਅੱਗੇ ਪਿੱਛੇ ਨਹੀਂ ਹੈ। ਸੋ ਇੱਥੇ ਆਪਾਂ ਪਲੀਜ਼ ਆਪਾਂ ਚੀਜ਼ਾਂ ਨੂੰ ਸਮਝੀਏ। ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਸ਼ਾਂਤੀ ਤੇ ਅਸ਼ਾਂਤੀ ਨੂੰ ਜਨਮ ਦਿੰਦੀਆਂ ਨੇ। ਜਦੋਂ ਆਪਾਂ ਬਹੁਤ ਜ਼ਿਆਦਾ ਕੰਪਲੇਂਟਾਂ ਕਰਦੇ ਹਾਂ ਨਾ, ਕਿ ਬਿਨਾਂ ਮਤਲਬ ਦੇ ਤੁਹਾਡੇ ਘਰ ਅਸ਼ਾਂਤੀ ਪੈਦਾ ਹੋ ਜਾਣੀ, ਔਰ ਮਿਲਣਾ ਕੁਛ ਵੀ ਨਹੀਂ। ਤੁਸੀਂ ਦੇਖੋ ਸਾਡਾ ਚਿੱਤ ਕੀ ਆ? ਇੱਕ ਡਿਸਪਲੇ। ਹੁਣ ਡਿਸਪਲੇ ਦੇ ਵਿੱਚ ਤੁਸੀਂ ਜੋ ਮਰਜ਼ੀ ਚਲਾ ਸਕਦੇ ਜੋ। ਤੁਸੀਂ ਇੱਕ ਵਧੀਆ ਸੰਗੀਤ ਵਾਲਾ ਗਾਣਾ ਚਲਾ ਸਕਦੇ ਜੋ, ਮਦਰ ਗਾਣੇ ਸੁਣ ਸਕਦੇ ਜੋ। ਤੁਸੀਂ ਗਲਤ ਫਾਲਤੂ ਕੁੱਤਾ ਚਿੜਲ ਵਾਲੀਆਂ ਫਿਲਮਾਂ ਚਲਾ ਸਕਦੇ। ਪਰ ਜੇਕਰ ਚਲਾਉਣ ਦਾ ਆਪਸ਼ਨ ਸਾਡੇ ਹੱਥ 'ਚ ਆ, ਤੇ ਕਿਉਂ ਨਾ ਅਸੀਂ ਕੋਈ ਚੰਗੀ ਚੀਜ਼ ਚਲਾਈਏ? ਨਜਾ ਸਾਹਿਬ ਬਿਲਕੁਲ ਸਹੀ ਹੈ ਜੀ। ਜਿਹਨੂੰ ਵੇਖਣ 'ਚ ਸਾਨੂੰ ਚੰਗਾ ਲੱਗੇ, ਸਾਡਾ ਮਨ ਖੁਸ਼ ਹੋਵੇ ਯਾਰ। ਜੇ ਆਪਾਂ ਸਾਰੀ ਜ਼ਿੰਦਗੀ ਏਦਾਂ ਹੀ ਰੌਲਾ ਰੂਲਾ ਪਾ ਕੇ ਕੱਢ ਛੱਡੀ, ਫਿਰ ਕੋਈ ਆਨੰਦ ਤੇ ਨਾ ਹੋਇਆ, ਕੋਈ ਉੱਥੇ ਖਲਰ ਜਿਹੀ ਪੈ ਗਿਆ। ਤੇ ਫਿਰ ਬਾਣੀ 'ਚ ਇੱਕ ਕਈ ਜਗ੍ਹਾ ਤੇ ਤੁਕ ਆਉਂਦੀ ਹੈ, ਸਾਨੂੰ ਸੁਣਾਉਂਦੀ ਹੈ। ਇੱਕ ਖਾਨ ਹੈਗਾ, ਕਹਿੰਦੇ ਭੱਟ ਖਾਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਉਹ ਸੋਨਾ ਨਹੀਂ ਚਾਹੀਦਾ ਜਿਹੜਾ ਕੰਨਾਂ ਨੂੰ ਖਾਂਦੇ ਆ, ਦੁੱਖ ਦੇਂਦੇ ਆ, ਦਰਦ ਹੋ ਰਹੀ ਹੈ। ਤੇ ਫਿਰ ਕੀ ਕਹਿੰਦਾ ਇੱਕ ਦਿਨ ਬੰਦਾ, ਉਹ ਕਹਿੰਦਾ ਸੁੱਟੋ ਇਹਨੂੰ, ਦਫਾ ਕਰੋ ਨਾ। ਹੁਣ ਜਿਹੜੇ ਗੋਰਖੀ ਸਾਹਿਬ ਤੁਸੀਂ ਦੇਖ ਲਓ, ਕੰਨ ਦੇ ਵਿੱਚ 10-10 ਤੋਲੇ ਦੀਆਂ ਬਾਲੀਆਂ ਪਾ ਲਓ। ਹੁਣ ਤੁਸੀਂ ਉਹਨੇ ਕੰਨ ਤੁਹਾਡੇ ਪਾੜ ਕੇ ਤੇ ਬਾਲੀਆਂ ਡਿੱਗ ਪੈਣੀਆਂ ਕਿਤੇ ਨਾ ਕਿਤੇ। ਉਹ ਕਹਾਵਤਾਂ ਨੇ, ਵੇਖੋ ਕਹਿੰਦੇ ਆ ਕਿ ਪੱਟ ਖਾਵੇ, ਨਹੀਂ ਚਾਹੀਦਾ ਸੋਨਾ ਹੋਵੇ ਜਿਹੜਾ ਕੰਨਾਂ ਨੂੰ ਖਾਵੇ, ਜਿਹੜਾ ਮੈਨੂੰ ਦੁੱਖ ਦੇਵੇ। ਔਰ ਹੁਣ ਕਈ ਲੋਕੀ ਐਵੇਂ ਪੰਪ ਭਰੀ ਜਾਂਦੇ ਸੋਨਾ ਆਵੇ ਕਿ ਰਾਜਸਥਾਨ 'ਚ ਏਡੀਆਂ ਏਡੀਆਂ ਵਾਲੀਆਂ ਪਾਈਆਂ, ਨਾਸਾਂ ਲਮਕਦੀਆਂ ਵਿਚਾਰੀਆਂ ਦੀਆਂ, ਨਾ 5 ਤੋਲੇ ਦੀ ਪਾਈ ਫਿਰਦੀ ਹੈ। ਗੋਰਖੀ ਸਾਹਿਬ ਦੇਖੋ, ਕਈਆਂ ਔਰਤਾਂ ਦੀਆਂ ਜਿਹੜੀਆਂ ਹੈਗੀਆਂ, ਉਹ ਜਿਹੜੀ ਮੋਰੀ ਗੋਲ ਹੋਣੀ ਚਾਹੀਦੀ ਹੈ, ਉਹ ਤਾਂ ਬਿਲਕੁਲ ਸਿੱਧੀ ਹੋ ਜਾਂਦੀ ਹੈ। ਅੱਧਾ ਸੈਂਟੀਮੀਟਰ ਮੋਰੀ ਹੋ ਜਾਂਦੀ ਹੈ, ਉਹ ਪੂਰੀ ਦੀ ਪੂਰੀ ਉਹ ਬਾਲੀ ਦੇ ਨਾਲ ਲਮਕ ਕੇ ਹੋ ਜਾਂਦੀ ਹੈ। ਪਰ ਉਹ ਬੰਦੇ ਦੀ ਹਉਮੈ ਦੀ ਤ੍ਰਿਪਤੀ ਹੁੰਦੀ ਨਾ ਦੂਜੀ ਤਰਫ, ਸੋਨਾ ਪਾਇਆ। ਬਾਲੀਆਂ ਆਪਣੇ ਵੀ ਪਾਈਆਂ ਹੋਈਆਂ ਨੇ ਗੋਰਖੀ ਸਾਹਿਬ।
ਠੀਕ ਹੈ ਠੀਕ ਹੈ ਆਪਾਂ ਨੂੰ ਵੀ ਲਾਉਣੀਆਂ ਪੈਣਗੀਆਂ ਟੌਪਿਕ ਤੋਂ ਨਹੀਂ ਉਹ ਨਹੀਂ ਕੋਈ ਗੱਲ ਟੌਪਿਕ ਫਿਰ ਪਤਾ ਨਹੀਂ ਕਿੱਥੇ ਦਾ ਕਿਤੇ ਨਿਕਲ ਜਾਂਦਾ ਫਿਰ ਕਥਾ ਤੇ ਆਓ ਜੀ। ਹਾਂਜੀ ਹਾਂਜੀ। ਤੇ ਕਬੀਰ ਜੀ ਕਹਿੰਦੇ ਕਿ ਪਿਆਰਿਆ ਦੇਖ, ਜੇ ਤਾਂ ਤੂੰ ਜਿਹੜਾ ਹੈਗਾ ਗਲਤ ਬੋਟ ਦੇ ਵਿੱਚ ਬੈਠ ਗਿਆ ਆ ਤੇ ਤੇਰਾ ਜੀਵਨ ਹੈਗਾ, ਤੇਰਾ ਚਾਂਸ ਚਲੇ ਜਾਣਾ ਹੈ। ਤੂੰ ਜਿਹੜਾ ਹੈਗਾ ਪਤਾ ਨਹੀਂ ਕਿੰਨੇ ਜਨਮਾਂ ਤੱਕ, ਲੱਖਾਂ ਜਨਮਾਂ ਤੱਕ ਤੂੰ ਭਟਕਦਾ ਰਹੇਗਾ ਮਨੁੱਖੀ ਜੂਨ ਦੇ ਵਾਸਤੇ। ਜਨਮ ਤੇਰਾ ਹੈਗਾ, ਹੁਣ ਤੇਰੇ ਕੋਲ ਆਪਸ਼ਨ ਹੈਗਾ, ਕੋਈ ਪ੍ਰੋਬਲਮ ਨਹੀਂ ਹੈ। ਜੋ ਪਿੱਛੇ ਚਲਾ ਗਿਆ। ਹੁਣ ਤਾਂ ਵੋਟ ਬਦਲ ਲਾ ਆਪਣੀ। ਹੁਣ ਤਾਂ ਜਿਹੜਾ ਹੈਗਾ ਉਹ ਇਹੋ ਜਿਹੇ ਗੁਰੂ ਜਿਹੜਾ ਹੈਗਾ ਜਿਹਦੇ ਕੋਲੋਂ ਤੇਰਾ ਭਰਮ ਨਹੀਂ ਜਾ ਰਿਹਾ, ਤੇਰੇ ਜੀਵਨ ਦੇ ਵਿੱਚ ਕੋਈ ਉਚਾਈ ਨਹੀਂ ਆ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਘਟ ਰਹੇ, ਤੇ ਪਿਆਰਿਆ ਹੁਣ ਬਦਲ ਲਾ। ਹੁਣ ਹਾਲੇ ਵੀ ਤਾਂ ਤੇਰੇ ਕੋਲ ਚਾਂਸ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਤੁਸੀਂ ਗਿਆਨ ਤੋਂ ਕੰਮ ਲਓ, ਅੱਖਾਂ ਦਾ ਭਰਮ ਦੂਰ ਕਰੋ। ਜੇ ਸੱਚਾਈ ਦੇ ਵਿੱਚ ਦੇਖਿਆ ਜਾਵੇ ਕਿ ਜੇਕਰ ਤੁਹਾਡਾ ਜੀਵਨ ਨਹੀਂ ਉੱਚਾ ਹੋ ਰਿਹਾ, ਤੁਸੀਂ ਉਸ ਹਨੇਰੇ 'ਚ ਬੈਠੇ ਜੋ ਹਜੇ ਵੀ ਤੁਹਾਨੂੰ ਚੀਜ਼ਾਂ ਨਹੀਂ ਲੱਭ ਰਹੀਆਂ, ਤੇ ਤੁਸੀਂ ਵਿਚਾਰ ਕਰੋ, ਉਜਾਲੇ 'ਚ ਜਾਓ ਫਿਰ। ਹਾਂ ਐਵੇਂ ਨਾ ਆਪਣੇ ਆਪ ਨੂੰ ਧੋਖਾ ਨਾ ਦਿਓ। ਪਰ ਇਹਦੇ ਵਿੱਚ ਕਹਿੰਦੇ ਕਿਸੇ ਨੂੰ ਨਹੀਂ ਧੋਖਾ ਦੇਣਾ। ਆ ਦੇਖੋ ਫਿਰ ਤੁਕ ਨੂੰ ਪੜੋ। कबीर माए मुंडों तेह गुरु की जाते परम ना जाए, आप डुबे चौह बेद में चेले दिए बहाए। ਆਪ ਤੇਰਾ ਵੇਦਾਂ 'ਚ ਬਹਿ ਗਿਆ, ਉਹਨੂੰ ਪੜ੍ਹੀ ਜਾਂਦਾ। ਬਾਣੀ ਕਹਿੰਦੀ ਪੜ ਗੱਡੇ ਲੱਦੀਏ। ਜਿੱਥੇ ਪੜ੍ਹਨਾ ਸੀ ਉਹ ਤੇ ਆਪਣਾ ਮਨ ਪੜ੍ਹਨਾ ਸੀ, ਉਹ ਤਾਰਾਂ ਤੋੜਨੀਆਂ ਸੀ, ਉਹਦੇ ਤੇ ਧਿਆਨ ਹੀ ਨਹੀਂ ਦਿੱਤਾ ਕਦੇ ਨਾ। ਪਤਾ ਨਹੀਂ ਕੀ ਪੜ੍ਹੀ ਜਾਂਦਾ। ਉਹ ਕਹਿੰਦਾ ਵੇਦਾਂ ਨੂੰ ਪੜ੍ਹੀ ਜਾਂਦਾ। ਉਹ ਕਹਿੰਦਾ ਤੇਰਾ ਵੇਦ ਨੂੰ ਤੇਰਾ ਪੜ੍ਹਿਆ ਬੇਵਕੂਫਾ ਕਿਸ ਕੰਮ ਦਾ ਹੈ? ਉਹ ਤੂੰ ਆਪਣੇ ਮਨ ਨੂੰ ਪੜ੍ਹਨਾ ਸੀ, ਉਹ ਤੂੰ ਪੜ੍ਹਨਾ ਸੀ ਆਪਣੇ ਆਪ ਨੂੰ। ਤੂੰ ਆਪਣੇ ਅੰਦਰ ਵੇਖਣਾ ਸੀ ਤੇਰੇ ਅੰਦਰ ਕਿਹੜੀਆਂ ਤਰੰਗਾਂ ਪੈਦਾ ਹੁੰਦੀਆਂ। ਕਿਤੇ ਈਰਖਾ 'ਚ ਤੇ ਨਹੀਂ ਬੈਠਾ ਸੜਿਆ ਪਿਆ ਤੂੰ। ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰੀ ਜਾਣ ਦਿਆ ਤੂੰ। ਉਹ ਕਿਤੇ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਅੱਗ 'ਚ ਨਹੀਂ ਕਿਤੇ ਤੂੰ ਸੜਿਆ ਪਿਆ। ਤੂੰ ਕੀ ਪੜ੍ਹ ਰਿਹਾ? ਤੈਨੂੰ ਨਹੀਂ ਪਤਾ ਲੱਗਦਾ। ਅੱਖਾਂ ਬੰਦ ਕਰ, ਤੈਨੂੰ ਪਤਾ ਲੱਗੇ ਤੂੰ ਅੰਦਰੋਂ ਕਿੱਦਾਂ ਦਾ ਇਨਸਾਨ ਹੈ। ਉਹ ਤੂੰ ਬਾਹਰ ਪੜ੍ਹੀ ਜਾਂਦਾ, ਤੈਨੂੰ ਆਪਣਾ ਗਿਆਨ ਜ਼ਰੂਰੀ ਹੈ। ਆਤਮ ਗਿਆਨ ਮਤਲਬ ਕਿ ਭੋਲਿਆ, ਜਦ ਤੱਕ ਤੂੰ ਇਹਨਾਂ ਦੇ ਨਾਲ ਡੀਲ ਹੀ ਨਹੀਂ ਕਰੇਗਾ, ਇਹ ਤੇਰੇ ਅੰਦਰ ਮੂਸੇ ਬੈਠੇ ਨੇ, ਸੰਨ ਲਾਈ ਹੈ, ਉਹ ਤੈਨੂੰ ਲੁੱਟੀ ਜਾ ਰਹੇ ਅੰਮ੍ਰਿਤ, ਤੇਰੀ ਸੁਰਤੀ ਨੇ ਚੋਰੀ ਕਰ ਲੈਂਦੇ ਨੇ ਹਰ ਦਿਨ। ਪਰ ਤੂੰ ਬੜਾ ਖੁਸ਼ ਹੈ, ਬਾਹਰ ਢੇਰ ਲਈ ਜਾਂਦਾ। ਕਬੀਰ ਸਾਹਿਬ ਕਹਿੰਦੇ ਛੱਡੋ ਖੜਾ, ਮਿੱਟੀ ਪਾਓ, ਇਹਨੂੰ ਜਾਣ ਦੋ, ਨਹੀਂ ਚਾਹੀਦਾ। ਤੁਸੀਂ ਪਰਮਾਤਮਾ ਦੇ ਲਾਗੇ ਰਹਿਣਾ। ਆਪਾਂ ਕਹਿੰਦੇ ਪਰਮਾਤਮਾ ਨੂੰ ਪਿੱਛੇ ਕਰੀਏ, ਪਹਿਲਾਂ ਆ ਲਿਆਈਏ ਜਿਹੜਾ ਮਾਲ ਆਉਂਦਾ। ਬਸ ਉਹ ਕਹਿੰਦੇ ਤੇਰੀ ਕਲੈਰਿਟੀ ਹੋਣੀ ਚਾਹੀਦੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਕਿ ਸੰਗਤ ਕਿਤੇ ਕਰਨੀ ਆ। ਤੁਕ ਵੇਖੋ ਤੇ ਲਿਖੀ ਹੈ ਉਹਨਾਂ ਨੇ, ਉਹ ਕਹਿੰਦੇ ਪੈਸਾ ਤੇ ਤਨ ਇਹਨਾਂ ਨੂੰ ਛੱਡ ਦੇ, ਇਹਦੀ ਨੀ ਮੈਂ ਪਰਵਾਹ ਕਰਨ ਦਿਆ। ਕਿਉਂਕਿ ਤਨ ਨੂੰ ਜਿਹੜਾ ਤੂੰ ਖਵਾ ਰਿਹਾ ਹੈ ਤੇ ਬੜਾ ਸਵਾਦ ਹੈ, ਪਰ ਉਹ ਚੰਗਾ ਨਹੀਂ। ਉਹ ਮੱਛੀ ਦੀ ਕੁੰਡੀ ਹੈ, ਉਹਦੇ ਅੰਦਰ ਮੱਛੀ ਨੂੰ ਫੜਨਾ ਤੇ ਕੁੰਡੀ ਨਹੀਂ ਹੁੰਦੀ, ਲਾਈ ਹੁੰਦੀ। ਹਾਂ, ਕਾਂਟਾ ਉਹ ਤੇਰੇ ਸੰਗ ਚ ਫਸ ਜਾਣਾ। ਤੈਨੂੰ ਅਗਲੇ ਨੇ ਕੱਢ ਕੇ ਲੈ ਆਣਾ ਉੱਥੇ ਜਮਦੂਤਾਂ ਨੇ। ਜਮਦੂਤਾਂ ਨੇ ਤੇ ਬਾਅਦ ਚ ਖੜਨਾ। ਇੱਥੇ ਵੀ ਤੂੰ ਇੱਕ ਨਰਕ ਵਰਗਾ ਜੀਵਨ ਬਤੀਤ ਕਰੇਗਾ। ਤੇਰਾ ਮਨ ਜਿਹਦਾ ਅਸ਼ਾਂਤ ਹੈ, ਉਹਦੇ ਲਈ ਜਿਹੜਾ ਸਵਰਗ ਵੀ ਉਹ ਵੀ ਨਰਕ ਆ। ਪਰ ਮਨ ਜਿਹਦਾ ਸ਼ਾਂਤ ਆ, ਉਹਦੇ ਲਈ ਨਰਕ ਤੇ ਸਵਰਗ ਚ ਕੋਈ ਫਾਇਦਾ ਨਹੀਂ, ਫਰਕ ਨਹੀਂ ਹੈ। ਉਹ ਜਿੱਥੇ ਵੀ ਪਵੇਗਾ ਉਹੀ ਸਵਰਗ ਹੈ, ਇੰਨਾ ਹੀ ਫਰਕ ਹੈ। ਹਾਂਜੀ ਨਜਰ ਸਾਹਿਬ, ਅੱਜ ਦੇ ਵਿਚਾਰ। ਹਾਂਜੀ, ਬਹੁਤ ਵਧੀਆ ਜੀ। ਬਸ ਅੱਜ ਇੱਥੇ ਸੰਕੋਚਦੇ ਹਾਂ। ਇੱਕ ਗੋਰਕੀ ਸਾਹਿਬ, ਇੱਕ ਆਪਣੇ ਜਿਹੜੇ ਹੈਗੇ ਉਸ ਨਾਮ ਦਾ ਹੈਗੇ ਆਪਣਾ ਸਾਧਕ ਹੈਗੇ, ਉਹਨਾਂ ਦੀ ਮਦਰ ਦੀ ਡੈਥ ਹੋ ਗਈ, ਉਹਨਾਂ ਦੀ ਸ਼ਾਂਤੀ ਵਾਸਤੇ ਅਰਦਾਸ ਕਰ ਦੇਣਾ ਜੀ। ਠੀਕ ਹੈ ਜੀ, ਠੀਕ ਹੈ। ਇੱਕ ਅਰਦਾਸ ਹੋ ਰਹੀ ਹੈ, ਕੋਈ ਗੱਲ ਨਹੀਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋਗੇ ਤਾਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦ੍ਰੇਹ ਨਿਰੋਗਤਾ ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਮਾਲਿਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਲਿਕ ਦੋ ਅਰਦਾਸਾਂ ਆਈਆਂ ਨੇ। ਇੱਕ ਤੇ ਉਹ ਸਰੀਰ ਦਾ ਤਿਆਗ ਕਰ ਗਏ ਨੇ, ਉਹਨਾਂ
ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੇਰੇ ਪਿਤਾ ਆਪ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ, ਨਾਮਦਾਨ ਬਖਸ਼ੋ ਮੇਰੇ ਮਾਲਿਕ, ਤਾਂ ਜੋ ਆਪਣਾ ਜੀਵਨ ਸਫਰ ਕਰਨ। ਇੱਕ ਮੇਰੇ ਪਿਤਾ ਜੀ ਇੱਕ ਹੋਰ ਅਰਦਾਸ ਆਈ ਹੈ, ਉਹ ਬਜ਼ੁਰਗ ਨੇ, ਉਹ ਕਹਿੰਦੇ ਨੇ ਕਿ ਸਰੀਰ ਨੂੰ ਦਵਾਈ ਨਹੀਂ ਲੱਗਦੀ, ਆਪ ਮਿਹਰ ਕਰੋ ਪਿਤਾ ਮੇਰਿਆ, ਜੋ ਵੀ ਕਮੀ ਪੇਸ਼ੀ ਆਪ ਦੂਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਵਾਹਿਗੁਰੂ 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 ਆ ਸੰਗੀਤ ਤੂੰ ਚੁੱਪ ਹੋ ਜਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।